KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:11 ਹੋਏ ਨੇ। ਸ਼ੁੱਕਰਵਾਰ ਦਾ ਦਿਨ ਹੈ, 18 ਦਸੰਬਰ ਹੈ 2020 ਦਾ। 5 ਪੋਹ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। 6 ਪੋਹ ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਸੀ। ਕੱਲ ਨੂੰ ਅੱਜ ਦੀ ਰਾਤ ਹੈ, 6 ਪੋਹ ਚੜ੍ਹਨ ਵਾਲੀ ਹੈ ਪੰਜਾਬ ਦੇ ਵਿੱਚ। ਤੇ ਦਿਨ ਦੀ ਗੱਲਬਾਤ ਅੱਜ ਤੁਹਾਡੇ ਨਾਲ ਕਰਾਂਗਾ ਤੇ ਹੋਰ ਖਬਰਾਂ ਤੇ ਮੇਰਾ ਪਿੰਡ ਮੇਰੇ ਖੇਤ 'ਚ ਅੱਜ ਗੱਲਬਾਤ ਇਸ ਦੇ ਆਲੇ ਦੁਆਲੇ ਚੱਲੇਗੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ। ਪਹਿਲੇ ਹਿੱਸੇ 'ਚ ਖਬਰਾਂ ਦੇ ਨਾਲ ਇਹਨਾਂ ਦਿਨਾਂ ਦੀ ਗੱਲ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਸਾਹਿਬ ਆਲਮ ਨੇ 6 ਪੋਹ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਅੱਜ ਮੈਂ ਇਹ ਗੱਲ ਸ਼ੁਰੂ ਕਰਨੀ ਚਾਹੁੰਦਾ। ਸੋਮਵਾਰ ਨੂੰ 2 ਦਿਨ ਜੰਗ ਚਮਕੌਰ ਜਿਹੜੀ ਹੈ ਉਸ ਦੀ ਗੱਲਬਾਤ ਹੋਏਗੀ। ਫਿਰ ਅਗਲਾ ਹਫਤਾ ਜਿਹੜਾ ਆਪਾਂ 5 ਦਿਨ ਪਿਛਲਾ ਜਿਹੜਾ ਘੰਟਾ ਹੈ ਸਿੱਖ ਇਤਿਹਾਸ ਦੀ ਗੱਲ, ਇਹਨਾਂ ਦਿਨਾਂ ਦੀ ਗੱਲ ਕਰਨੀ ਹੈ। ਉਮੇ ਮਾਸ਼ਕੀ ਤੋਂ ਬਾਅਦ ਸਾਹਿਬਜ਼ਾਦਿਆਂ ਦਾ ਜਿਹੜਾ ਸਫ਼ਰ ਹੈ, ਸਰਸਾ ਕੰਢੇ ਪਰਿਵਾਰ ਵਿਛੋੜੇ ਦੀ ਗੱਲ ਹੈ, ਸ਼ਾਹੀ ਟਿੱਬੀ, ਮਲਕਪੁਰ ਰੰਗੜਾ ਤੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਗਹਿ ਗੱਚ ਮੁਕਾਬਲੇ ਹੋਏ, ਕਿਵੇਂ ਕੁਮਕ ਜਿਹੜੀ ਸਾਰੇ ਪਰਗਣੇ 24 ਪਰਗਣੇ ਸਰਹੰਦ ਦੇ ਥੱਲੇ ਸਾਰੀਆਂ ਫੌਜਾਂ 10 ਲੱਖ ਫੌਜ ਸਾਹਿਬ ਆਲਮ ਨੇ ਤਾਂ ਹੀ ਜ਼ਫਰਨਾਮੇ 'ਚ ਕਿਹਾ। ਤੇ ਫਿਰ ਚਮਕੌਰ ਦੀ ਗੜੀ ਦੇ ਵਿੱਚ ਸੋਮਵਾਰ ਨੂੰ ਉਹ ਬਿਰਤਾਂਤ ਕੇ ਸੁੱਤੇ ਪਏ ਯੋਧੇ 40-42 ਜਿਹੜੇ ਪਾਖਰੇ ਤੇ ਜ਼ਮੀਨ ਤੇ ਘੋੜਿਆਂ ਦੀਆਂ ਕਾਠੀਆਂ ਤੇ ਸਮਾਨ ਰੱਖ ਕੇ ਸੁੱਤੇ ਪਏ ਨੇ। ਗੁਰੂ ਸਾਹਿਬ ਮਮਤੀ ਦੇ ਵਿੱਚ ਛੋਟੇ ਚਵਾਰੇ ਦੇ ਵਿੱਚ ਨੇ। ਤੇ ਰਾਤ ਨੂੰ ਤੀਜੇ ਪਹਿਰ ਸੁਬਾਹ ਦੇ ਉੱਠ ਕੇ ਜਦ ਸਾਹਿਬ ਨੇ ਅੰਦਰ ਗੇੜਾ ਦਿੱਤਾ ਗੜੀ ਦੇ ਵਿੱਚ, ਉਹ ਬਿਰਤਾਂਤ ਸੋਮਵਾਰ ਨੂੰ, ਜੰਗ ਦਾ ਬਿਰਤਾਂਤ ਸੋਮਵਾਰ ਨੂੰ ਚਮਕੌਰ ਦੀ। ਅੱਜ ਆਖਰੀ ਹਿੱਸੇ ਦੇ ਵਿੱਚ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਦਾ ਉਹ ਕਿਲਾ ਜਿਹੜਾ ਹੈ, ਹੁਣ ਤਾਂ ਉਹ ਤੇ ਰੰਗ ਰੋਗਨ ਕਰਕੇ ਹੋਰ ਕੁਝ ਬਣਾ ਦਿੱਤਾ ਹੈ। ਪੁਰਾਣੇ ਏਰੀਏ ਦੇ ਨੂਰਪੁਰ ਬੇਦੀ ਦੇ ਬਲਾਚੌਰ ਗੜ੍ਹ ਸ਼ੰਕਰ ਦੀ ਸੰਗਤਾਂ ਜਿਹੜੀਆਂ ਬਹੁਤ ਨੇੜੇ ਦੇ ਜਿਹੜੇ ਅਨੰਦਪੁਰ ਸਾਹਿਬ ਜਾਂਦੇ ਰਹੇ, ਅਨੰਦਪੁਰ ਸਾਹਿਬ ਦੇ ਏਰੀਏ ਦੇ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਨੂੰ ਵੇਖਿਆ, 50 ਸਾਲ ਦੀ ਪੁਰਾਣੀ ਯਾਦਾਸ਼ਤ ਜਿਹੜੀ ਹੈ, ਉਹ ਇੱਕ ਕਮਰਾ ਸਾਹਿਬ ਦਾ ਵਰਦੀ ਸਾਰ ਅਨੰਦਪੁਰ ਸਾਹਿਬ ਕਿਲੇ ਦੇ ਵਿੱਚ ਸੀ, ਜਿਸ ਕਮਰੇ ਦੇ ਵਿੱਚ ਬੈਠ ਕੇ ਜਾਂ ਨਕਸ਼ੇ ਭਾਰਤ ਦੇ ਬਣਾਏ ਤੇ ਚਿੱਠੀਆਂ ਦਵਾਦੇ ਜਿਹੜੇ ਘੱਲੇ ਸੀ 1699 ਦੇ ਇਕੱਠ ਨੂੰ, ਜਿਹਦੇ ਵਿੱਚ 2-3 ਦਿਨ ਆਪਣੇ ਆਪ ਨੂੰ ਬੰਦ ਕਰਕੇ ਰੱਖਿਆ। ਸਿੱਖਾਂ ਨੇ ਮਾਤਾ ਗੁਜਰੀ ਨੂੰ ਕਹਿ ਕੇ ਦਰਵਾਜ਼ਾ ਖੜਕਾਇਆ, ਖੁਲਾਇਆ, ਅੰਦਰ ਕੰਧਾਂ ਤੇ ਨਕਸ਼ੇ ਬਣੇ ਹੋਏ ਸੀ। ਉਹ ਵੀ ਜਿਹੜਾ ਕਮਰਾ ਗੁਰਦੁਆਰੇ ਆਪਣੇ ਆਨੰਦਗੜ੍ਹ ਕਿਲੇ ਦਾ ਢਾਹ ਦਿੱਤਾ ਉਹ ਕਾਰਸੇ ਵਾਲੇ ਬਾਬਿਆਂ ਨੇ ਸਾਡੇ ਪੈਸੇ ਨਾਲ। 14424471550 ਔਨ 에ਅਰ ਨੰਬਰ ਹੈ 184424711550। KRPRadio.com ਤੇ ਸਿੱਧਾ ਪ੍ਰਸਾਰਣ ਪ੍ਰੋਗਰਾਮ ਰਹਿ ਜੇ ਤਾਂ ਲੋਕ ਸੱਤ ਤੇ ਪ੍ਰੋਗਰਾਮ ਪਵਨ ਜਵੰਦੇ ਦੀ ਜ਼ਿੰਮੇਵਾਰੀ ਹੁਣ ਦੋਨੇ ਪ੍ਰੋਗਰਾਮ ਪਵਨ ਪਾ ਦਿੰਦਾ। ਲੋਕ ਸੱਤ ਦੇ ਥੱਲੇ ਧੰਨਵਾਦ ਹੈ ਬਹੁਤ ਬਹੁਤ। 5 ਵਰ੍ਹੇ ਹੋ ਗਏ, ਬੜਾ ਔਖਾ ਹੈ ਕਮਿਟਮੈਂਟ ਕਰਨੀ, ਸਮਾਂ ਕੱਢਣਾ, ਐਡਿਟ ਕਰਨੀ। ਪਹਿਲਾਂ ਐਡਿਟ ਨਹੀਂ ਸੀ ਕਰਦਾ, ਹੁਣ ਐਡਿਟ ਕਰਕੇ ਪ੍ਰੋਗਰਾਮ ਪਾਓ। ਥੈਂਕ ਯੂ। ਫੇਰ 604-729-1224 WhatsApp ਟੈਕਸਟ ਲਈ ਮੇਰਾ ਸੈੱਲ ਨੰਬਰ ਹੈ। 604-440-6462 ਨਿੰਮੀ ਡੌਲਾ ਜੀ ਦਾ ਨੰਬਰ ਹੈ, ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ। KRPRadio.com ਤੇ ਹਰਜੀਤ ਸਿੰਘ ਗਿੱਲ ਦਾ ਪੇਜ, HARJIT ਸਿੰਘ ਗਿੱਲ ਅਕਾਊਂਟ ਤੇ ਪੇਜ ਦੋਨੇ ਹੀ ਨੇ ਤੇ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਨਾਲ ਰਹਿ ਸਕਦੇ ਹੋ। ਮੇਰੇ ਗੱਲਾਂ ਬਾਤਾਂ ਕਰਨੀਆਂ ਸੌਖੀਆਂ ਹੋ ਜਾਂਦੀਆਂ। harjeet.g@krpradio.com ਇਹ ਈਮੇਲ ਹੈ। ਜਿਹੜਾ ਦੁਨੀਆ ਦਾ ਬਾਲੀ ਲਾ ਕੇ ਸੋਹਣਾ ਬਾਗ ਮਾਲੀ, ਕਿਤੇ ਦੇਵੇ ਨਾ ਦਿਖਾਲੀ ਮੇਰੇ ਜੇਬ ਹੋਸ਼ ਨੂੰ। 100 ਵਾਰੀ ਨਿਉਕੇ ਤੇ ਸਲਾਮ ਉਸ ਨੂੰ, ਹੇਠਾਂ ਥੰਮ ਨਾ ਘਲਿਆਰੇ ਕੀ ਆਕਾਸ਼ ਨੂੰ ਸਹਾਰੇ। ਵੇਖ ਕੇ ਹੈਰਾਨ ਸਾਰੇ ਕੁਦਰਤ ਮਾਹੀ ਦੀ, ਕਿਹੜੀ ਕਿਹੜੀ ਕਰਾਂ ਸਿਫਤ ਇਲਾਹੀ। ਚੰਦ ਸੂਰਜ ਚਿਰਾਗ ਲਾਇਆ ਤਾਰਿਆਂ ਨੇ ਬਾਗ, ਖਾ ਕੇ ਚੱਕਰ ਦਿਮਾਗ ਕੀ ਅਕਲ ਵਰਤੀ। ਜਿਸ ਬਿਦ ਪਾਣੀ ਤੇ ਟਿਕਾਈ ਧਰਤੀ।
लोग गर्म वगे फेर कितों चढ़ आउंदा नेर, जिस वेले हो जाए मेहर सच्ची पातशाही दी, केड़ी केड़ी कर सिफत इलाही। किते झाड़ नाल झाड़, किते जंगल पहाड़, किते धरती नूं पाड़ के वगाइयां नदियां, वगदियां नूं चलियां गुजर सदियां। हरे रुख फुल बूर मेवे नाल भरपूर, शामे बह के हो जाए दूर तकलीफ राही दी, केड़ी केड़ी करा सिफत इलाही। परवाह की तेरे घर जरी पट दी ना सर, सोना चांदी दिते कर तू मिट्टी चो पैदा है, हीरे मोतियां दी भटक अलहदा है। बालू शाही ते बनाने पेड़े रियोड़ियां मखाने, बंदियां लै लै मन खाने, जेड़ी चीज चाहिदी केड़ी केड़ी करा सिफत इलाही। इंसान वे यकीना किते टिके ना टकीना, लाइया पेट च मशीना दुध बने रत दा, कौन अंदाजा लावे मेरी मत दा। एहो जेहे जे शरीर किते सोहनी किते हीर, तेरे जैसी तस्वीर ना किसे तो लाही दी, केड़ी केड़ी करा सिफत इलाही। जंग रंगला बनाता, जग रंगला बनाता, जो शै मंगे रूह रजाता। तू है दातियां दा दाता, दे के पछताउंदा नहीं, तेरी मेहरबानी दा अंत आउंदा नहीं। मां ते बाप पुत धी दी, जोग मुक जांदी जी दी, फड़ी जांदे दी ना दी दी शक्ल सिपाही दी, केड़ी केड़ी करा सिफत इलाही। लैके आवे जो मनोश ते टिकाने आवे होश, हो जा चारे पासे रोशनी, अंधेरा चक दे, खुल जान दो में नेत्र पटक दे। कोई लगदा ना पता, चंगू 10 बजा कता, रजब अली खान दी खता, बख्श गनाही दी, केड़ी केड़ी करा सिफत इलाही दी, केड़ी केड़ी करा सिफत इलाही। बाबू रजब अली जी लिखते ने, जेड़ा गीत कंवर गरेवाल गा रहा। धन्यवाद जी सारियां दा। शुक्रवार दा दिन है, 12:26 होए ने। अज पिछले घंटे दे विच आपां सिख इतिहास पोह दीआं कालियां रातां इस सैगमेंट जिहड़ी शुरू करनी है। अज 5 पोह है, 6 पोह चढ़न वाला। 6 पोह की रात नूं साहिब आलम ने किला जिहड़ा आनंदपुर साहिब, किला नहीं आनंदपुर साहिब ही जिहड़ा छड्डिया, ते इस नूं आपां अगले घंटे दे विच जिहड़ी गलबात करदे हां। एक जिहड़ी पाकिस्तान दा विदेश मंत्री कुरैशी ये कह रहा है कि भारत उहदे ते सर्जिकल स्ट्राइक की प्लैनिंग कर रहा है। ये गल दी बारे दुनिया भर दे जिहड़े रखिया माहर ने इस ते निगाह रख रहे हैं भी ये गल की हुई, क्योंकि आबू धाबी दे विच उसने गल कही है महमूद कुरैशी ने। पहला भी सर्जिकल स्ट्राइक पहला भी हुई, जब पायलट है जिहड़ा एक फड़ लिया सी, फिर पायलट वापस करता है। पाकिस्तान दे राजनीतिक हालत ने जिहड़े ज्यादा वधिया नहीं है। इमरान खान मुश्किलों दे विच, पता नहीं कद राज पलटा उत्थे हो जाना। पर इसके बारे महमूद कुरैशी ये कह रहा भी हुण जे साडे ते चढ़ाई हुंदी है तो असीं बराबर हमला जिहड़ा करना, सर्जिकल स्ट्राइक ते वो कह रहे। तो यह अबू धाबी च कही है। गल यह है भी अबू धाबी इस एरिए का बड़ा प्लेयर बन रहा। अबू धाबी का जिहड़ा राजा है MBZ मोहम्मद बिन जायद, वो तो मोहम्मद बिन सलमान, असल वो एशिया की सरदारी का बड़ा रेड़का पिया है। चीन बड़े तौर पर अपने खिते दे विच है, पर गल्फ नेशन नाल एक जिहड़ा भारत है ते पाकिस्तान है, ये नेड़े नेड़े दे जिहड़े देश ने, इन्हां दी इस खिते दे विच सऊदी अरब, क्योंकि इन्हां देशों ने 30-35 सालों च बहुत ज्यादा तरक्की की। 1980 तो बाद दुबई जिसने 2010 तक देखी होवे ते अज दी दुबई का बहुत फर्क है। UAE का सारे अलग अलग स्टेटां दे विच वो यूनाइटेड अरब अमीरात बनता है, ते संयुक्त जिहड़ा अमीरात जिसनूं कहंदे ने, ते नाल
ਇਹਨਾਂ ਦੇ ਆਪਣੇ ਵੀ ਮੁਸ਼ਕਲ ਨੇ, ਪਰ ਦੁਬਈ ਦੇ ਵਿੱਚ UAE ਦੇ ਵਿੱਚ ਵੱਡੀ ਮੁਸ਼ਕਲ ਨਹੀਂ। ਜਿਹੜੀ ਮੁਸ਼ਕਲ ਹੈ, ਕਿਉਂਕਿ ਇਹ ਆਪਸ ਵਿੱਚ ਕਜ਼ਨ ਜਿਹੜੇ ਨੇ ਸਭ ਇਹਨਾਂ ਦਾ ਠੀਕ ਹੈ। ਵੱਡੀ ਜਿਹੜੀ ਮੁਸ਼ਕਲ ਹੈ ਮੁਹੰਮਦ ਬਿਨ ਸਲਮਾਨ ਨੂੰ ਹੈ, ਜਿਹਨੇ ਚਾਚੇ ਤਾਏ ਤੇ ਚਾਚੇ ਤਾਇਆਂ ਦੇ ਪੁੱਤ ਅੰਦਰ ਠੋਕੇ ਹੋਇਆ। ਇਹ ਹੁਣ ਆਉਣ ਵਾਲਾ ਸਮਾਂ, ਕਿਉਂਕਿ ਜਾ ਕੇ ਕੁਰੈਸ਼ੀ ਨੇ ਕਿਹਾ ਇਹ ਅਬੂ ਧਾਬੀ ਕਿਉਂ ਕਿਹਾ, ਇਸ ਦੇ ਪਿੱਛੇ ਗੱਲਬਾਤ ਕੀ ਹੈ। ਇਹਨਾਂ ਦੇਸ਼ਾਂ ਦੇ ਵਿੱਚ ਅਰਬ ਨੇਸ਼ਨ ਜਿੰਨੀਆਂ ਨੇ ਇਹਨਾਂ ਨੇ ਹੁਣ ਆਪਣੇ ਲੋਕਾਂ ਨੂੰ ਨੌਕਰੀ ਦੇਣ ਦੇ ਥੱਲੇ ਬਾਹਰਲੇ ਬੰਦੇ ਜਿਹੜੇ ਨੇ ਉਹਨਾਂ ਨੂੰ ਯਤਨ ਕਰ ਰਹੇ ਨੇ, ਕੱਢ ਰਹੇ ਨੇ ਉਹਨਾਂ ਨੂੰ। ਇਹਦੇ 'ਚ ਪਹਿਲਾਂ ਵੀ ਸਾਊਦੀ ਅਰਬ ਨੇ ਜਿਹੜਾ ਬੜੀ ਲਿਸਟ ਉੱਥੇ ਬਹੁਤ ਵੱਡੇ 6-7 ਲੱਖ ਲੋਕ ਭਾਰਤੀ ਰਹਿੰਦੇ ਨੇ। ਸਾਊਥ ਸਾਰਾ ਹੀ ਹੈ ਜਿਹੜੇ ਅਰਬ ਕੰਟਰੀਆਂ 'ਚ ਰਹੇ ਨੇ। ਸਾਊਥ ਇੰਡੀਆ ਬਹੁਤ ਵੱਡੀ ਗਿਣਤੀ 'ਚ ਆਪਸ ਵਿੱਚ ਉਹਨਾਂ ਦਾ ਪਿਆਰ ਬਹੁਤ ਹੈ। ਇੱਕ ਬੰਦਾ ਆ ਜੇ ਉੱਥੇ ਮਲਵਾਰੀ ਸਾਰੇ ਕਹਿੰਦੇ ਨੇ, ਮਾਲਵਾਰ ਦੇ ਏਰੀਏ ਕਰਕੇ, ਇਹ ਕਹਿੰਦੇ ਇੱਕ ਆ ਗਿਆ ਤੇ ਬਸ ਉਹਦੇ ਬਾਅਦ ਨਹੀਂ ਤੁਸੀਂ ਉੱਥੇ ਵੜ ਸਕਦੇ। ਐਨੀਵੇਜ਼, ਸੋ ਇਹ ਜਿਹੜਾ ਸਰਜੀਕਲ ਸਟ੍ਰਾਈਕ ਦੀ ਗੱਲ ਜਿਹੜੀ ਚੱਲ ਰਹੀ ਹੈ, ਇਹ ਦੂਸਰੀ ਜਿਹੜੀ ਵੱਡੀ ਖਬਰ ਆ, ਇਲੈਕਸ਼ਨ ਲਾਸ ਜਦ ਹੋ ਗਿਆ ਹੁਣ ਟਰੰਪ ਦਾ 10 ਜਨਵਰੀ ਨੂੰ ਆ ਜਾਣਾ ਜੋ ਬਾਈਡਨ ਨੇ, ਤੇ ਬੰਦੇ ਛੱਡ ਰਹੇ ਨੇ। ਅਟਾਰਨੀ ਜਨਰਲ ਬਿਲ ਬਾਰਡ ਨੇ ਰਿਜ਼ਾਈਨ ਕਰ ਦਿੱਤਾ। ਬਿਲ ਬਾਰਡ ਨੇ ਬਹੁਤ ਮਦਦ ਕੀਤੀ, ਬਹੁਤ ਜ਼ਿਆਦਾ ਟਰੰਪ ਦੀ, ਤੇ ਟਰੰਪ ਉਹਨਾਂ ਨੂੰ ਮਾਫੀ ਜਿਹੜੀ ਦੇਣ ਦੇ, ਟਰੰਪ ਉਹਨਾਂ ਨੂੰ ਉਹਨਾਂ ਦੇ ਕੇਸ ਦੇ ਵਿੱਚੋਂ ਜਿਹੜਾ ਕੱਢਣ ਦੇ ਵਿੱਚ ਬਿਲ ਬਾਰਡ ਦਾ ਬਹੁਤ ਕੰਮ ਹੈ। ਫੌਕਸ ਨਿਊਜ਼ ਫੌਕਸ ਨਿਊਜ਼ ਦੀ ਹੁਣ ਲੱਗ ਗਏ ਆਪਣੇ ਟਰੰਪ ਸਾਹਿਬ ਲਿਖਣ, ਬਿਲ ਬਾਰ ਬਾਰੇ ਵੀ ਲਿਖ ਦਿੱਤਾ ਟਵੀਟ ਕਿ ਰਿਪਬਲਿਕ ਨੂੰ ਬਿਲ ਬਾਰ ਕਿਉਂ ਨਹੀਂ ਸੱਚ ਦੱਸਦਾ, ਇਲੈਕਸ਼ਨ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ, ਹੰਟਰ ਬਾਈਡਨ ਦੀ ਗੱਲ ਕਿਉਂ ਨਹੀਂ ਦੱਸੀ, ਜੋ ਵਾਸ ਲਾਈਂਗ ਔਨ ਡਿਬੇਟ ਸੇਜ਼ ਦੈਟ ਨਥਿੰਗ ਵਾਸ ਰੌਂਗ, ਤੇ ਪਰ ਬਿਲ ਬਾਰ ਬੋਲਿਆ ਨਹੀਂ। ਫੌਕਸ ਨਿਊਜ਼ ਤੇ ਵੀ ਲਾਤਾ ਸਭਾ ਸਰਪੰਚ ਨੇ, ਕਹਿੰਦਾ ਡੇ ਟਾਈਮ ਫੌਕਸ ਨਿਊਜ਼ ਦੇਖਣ ਵਾਲੀ ਨਹੀਂ, ਤੇ ਜੇ CNN ਤੇ MSDNC ਦੀ ਗੱਲਬਾਤ ਕੀਤੀ ਜਾਵੇ, ਫੌਕਸ ਥੱਲੇ ਘੁੰਮ ਗਈ ਕਹਾਣੀ। ਫੌਕਸ ਨਾਲ ਵੀ ਵਿਗਾੜੀ ਬੈਠਾ, ਤੇ ਕਿਉਂਕਿ ਫੌਕਸ ਨਿਊਜ਼ ਦਿਨੇ ਤਾਂ ਵਾਚੇਬਲ ਹੈ, ਵੀਕਐਂਡ ਤੇ ਬਿਲਕੁਲ ਵਾਚੇਬਲ ਹੈ। ਤੇ ਜਾਰਜੀਆ ਦੀ ਰਿਪਬਲਿਕਨ ਜਿਹੜੇ ਆ ਉਹਨਾਂ ਤੇ ਬ੍ਰਾਇਨ ਕੈਂਪ ਤੇ ਔਖਾ ਹੋ ਗਿਆ, ਤੇ ਗਵਰਨਰ ਕਹਿੰਦਾ ਬ੍ਰਾਇਨ ਕੈਂਪ ਇਹ ਕੁਛ ਨਹੀਂ, ਇਹਨੇ ਮੇਰੀ ਮਦਦ ਨਹੀਂ ਕੀਤੀ। ਜਿਹੜਾ ਲੈਫਟੀਨੈਂਟ ਗਵਰਨਰ ਆ ਜੈਫ ਕੈਂਪਕਨ ਜਾਰਜੀਆ ਦਾ, ਤੇ ਉਹ ਵੀ ਕਹਿੰਦਾ ਮੇਰੇ ਮਦਦ ਨਹੀਂ ਕਰਦਾ। ਗੱਲਾਂ ਬਾਤਾਂ ਜਿਹੜੀਆਂ ਨੇ ਨਾ ਇਉਂ ਲੱਗਦੀਆਂ ਜਿਵੇਂ ਕੁਛ ਔਖਾ ਹੋਇਆ ਹੈ ਕੰਮ। ਐਰੀਜ਼ੋਨਾ ਦੇ ਗਵਰਨਰ ਨੂੰ ਵੀ ਠੋਕਤਾ, ਤੇ ਨਾ ਉਹਦੇ ਹੱਕ 'ਚ, ਤੇ ਪਰ ਉਹ ਨਵੰਬਰ ਦੇ ਵਿੱਚ ਹੱਕ ਸੀ ਜਦ ਹੁਣ ਉੱਥੋਂ ਵੀ ਜਿੱਤ ਗਈ ਬਾਈਡਨ, ਤੇ ਹੁਣ ਉਹ ਵੀ ਸੈਕਟਰੀ ਆਫ ਡਿਫੈਂਸ ਫਾਰਮਰ ਜਿਹੜਾ ਸੀ ਮਾਰਕ ਐਸਪਰ, ਤੇ ਉਹਨੂੰ ਦੇਖ ਲਓ ਤੁਰਦਾ ਕਰ ਦਿੱਤਾ ਸੀ। ਸੋ ਇਹ ਲਿਸਟ ਬਹੁਤ ਲੰਮੀ ਹੈ। ਹੁਣ ਇਹ ਲਿਸਟ ਜਿਹੜੀ ਹੈ, ਇਹ ਲਿਸਟ ਰਿਪਬਲਿਕਨ ਪਾਰਟੀ ਦੇ ਵਿੱਚ ਇਹਨਾਂ ਦਾ ਆਧਾਰ ਹੈ। ਟਰੰਪ ਲਈ ਆਉਣ ਵਾਲਾ ਸਮਾਂ ਜਿਹੜਾ ਉਹ ਮੁਸ਼ਕਲ ਭਰਿਆ ਹੋ ਸਕਦਾ, ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ। ਉਹਦਾ ਕਾਰਨ ਹੈ ਇੱਕ, ਇਹ ਰਾਸ਼ਟਰਪਤੀ ਤਾਂ ਚਲੋ ਅਹੁਦੇ ਤੋਂ ਲੈ ਗਿਆ, ਉਹ ਅਰਬਪਤੀ ਬੰਦਾ ਹੈ, ਉਹਨੂੰ ਕੋਈ ਬਾਹਲਾ ਫਰਕ ਨਹੀਂ ਪੈਣਾ। ਟਰੰਪ ਟਾਵਰ 'ਚ ਆ ਜਾਣਾ, ਪੈਂਟ ਹਾਊਸ ਉੱਪਰਲੀਆਂ 5 ਮੰਜ਼ਿਲਾਂ ਨੇ, ਤੇ 7500 ਸਕੁਅਰ ਫੁੱਟ ਹੈ, ਤੇ ਉਹਦੇ ਬਾਅਦ ਇੱਕ ਫਲੋਰ, ਉਹਦੇ 4-5 ਦੱਬੀ ਬੈਠਾ, ਸੋਨੇ ਦੇ ਹੀ ਮੁੱਠਿਆਂ ਵਾਲੇ ਕਮਰੇ ਨੇ, ਸੌਰੀ ਦਰਵਾਜ਼ੇ ਨੇ, ਕਮੀ ਕਿਸੇ ਚੀਜ਼ ਦੀ। ਪਰ ਕਾਨੂੰਨ ਵਾਲੇ ਪਾਸੇ ਨਾ ਢਕਾ ਲੈਣ, ਇਹ ਗੱਲ ਚੱਲ ਰਹੀ। ਕਿਤੇ ਕੇਸ ਕੂਸ ਦੁਆਰਾ ਖੁੱਲ ਗਏ, ਜਿਹੜੇ ਬੰਦਿਆਂ ਦੇ ਨਾਲ ਵਿਗੜੋ ਪਈ ਹੋਈ ਆ ਉਹ ਕਿਤੇ ਖਰਾਬ ਨਾ ਕਰਨ।
ये एक इशू है। एक सुनेहा जिहड़ा आया बैठे संघर्ष दे बंदियां दा, वो कहते आह बाहर जिहड़े बच्चे बैठे है, वो कहते इनू अंबानी अडानी नू इन्हां दा बाईकाट करो, इन्हां दे समान दा। विचे पतंजलि वाला ठोकिया, पतंजलि वाले नू भी ये कहा वो बहुत कहना सी मैं स्विस बैंक तो लै आऊं तो मुड़ के बुढ़ियां वाले कपड़े पा के भज्जिया। सदियां तो चलदी आ रहे योगे ते ला ला के शिवर पैसे बनाउंदा ठोक के। अडानी बिल्कुल पतंजलि ते रिलायंस का समान चक्कण लई लोकल गल चल रही है भी खरीदना नहीं। अडानी आ जिहड़ा ਉਹਦਾ फॉर्च्यून ऑयल, किंग सोयाबीन ऑयल, फ्रोया ते फार्म पिक एपोज ਉਹਦੇ ने, अडानी दे पेट्रोल पंप ने, रिलायंस दा, जियो दा। ये सुनेहा जरूर दो पिंडां 'च पिछे रिश्तेदार घरां 'च जियो सिम कढ के रूड़ी ते सिटो। जियो दा फाइबर ब्रॉडबैंड जिहड़ी सर्विस है, जियो दी फाइबर दे नाल ही इलैक्ट्रॉनिक इन्हां दी जिहड़ियां मशीनां जुड़ियां होईयां, उत्थों ही एक नवीं तार इन्हां ने पाई है जिहड़ी गल वायरल होई सी बई इन्हां ने गड़बड़ कीती है। EVM है जिहड़ी, तां ही तां तड़फ रहे ने, तां ही तां इन्हां पिछे सारा कुछ सारा देश बेचण नूं तैयार बैठे। जियो फोन, जियो नेट वाईफाई, जियो सिक्योरिटी, जियो क्लाउड, जियो कॉल जिहड़ी लैंडलाइन सर्विस है। रिलायंस दे पेट्रोल पंप हरे जिहड़े जिन्हां दे 10-10 किलोमीटर 20-20 किलोमीटर दूर जाके ਆਪਾਂ तेल पाउंदे रहे हैं। जियो चैट, जियो सिनेमा, जियो मनी, जियो वॉइस, जियो मीट, इंटरनेट, रेडियो, टीवी, मीडिया, जियो सावन म्यूजिक एंड रेडियो, जियो टीवी, जियो सिनेमा, जियो न्यूज़। रिटेल ते ई कॉमर्स दे विच एजियो, जियो मार्ट, रिलायंस फ्रैश, फ्रेंड्स एप्पल स्टोर, टैक्सटाइल विमल है, विमल दे कपड़े। सो इन्हां दा ये लहर जिहड़ी तुहानूं याद है कि अफ्रीका च कॉफी जिहड़ी उत्थे दे लोकां दा हत्थ निचोड़ के लियाई जांदी है, ते वड्डियां कंपनियां जिहड़ियां उत्थे सारा कुछ उन्हां नूं कख नहीं दिंदियां ते लिया के वो कॉफी दे 5-7 बीन थोड़े दुध च पा के थोड़े $5-7 लैंदियां। ਉਹਦਾ किड्डा इशू सी। जब कोई समान खरीदते हो लोकल स्टोरां ते देखो उत्थे इन्हां नूं होर कुछ नहीं, ये सब तो बेस्ट इक्को ही चीज है कि हीट जब तक नहीं जाती जब तक कुछ नहीं होना। न्यूजीलैंड दे विच गल चली, उत्थे जिहड़ी DH सुपर मार्केट है उत्थे उन्हां ने वो कहंदे भी असीं अंबानी दा समान नहीं बेचना। बंदे ने एक्शन कर दिता। तो इस तरह ही ये जरूरी है कि कुछ ना कुछ जिहड़ा एक्शन इत्थों होना चाहिए। दूर असीं बैठे जिहड़े आ, थोड़ा हां दा नारा जिहड़ा बहुत वड्डा होना। गुरु साहब के इतिहास की आपां गल तोरनी आ, आपां आनंदपुर नहीं जाना, पर असीं आनंदपुर साहब नूं अपने आप च महसूस करना। एक हफ्ता आनंदपुर साहब का किला छड्डण तो लैके जंग चमकौर, फतेहगढ़ साहब, सरसा नदी ते परिवार विछोड़ा, जे उन्हां महसूस तुसीं करो। बेसमेंट एक मूव करनी जिहड़ी है, बंदे 5-5 साल रहने कहते कित्थे समान चकांगे। आप पैसे दे के जगह बसाई हुई, पैसे लैके आप खरीदी। गुरु तेग बहादुर साहब ने माखोवाल, चक नानकी तो बाद आनंदपुर साहब, इसे तरह ही चक रामदासपुर, वो भी इस तरह ही सी। तो ये उन्हां ते अटैक जिहड़े फिर होए, उन्हां दी जगह अपनियां साडियां सिखां दी खरीदियां, ते उन्हां नूं तुसीं किवें भुल दोगे। तो अगले घंटे च आपां गल करनी है ओह। तो ये जिहड़ा ये बड़ा इशू है, हां दा नारा जिहड़ा उन्हां दा भी करो, इन्हां दा बाईकाट करो।
ਇਹ ਵਿੱਚੇ ਪਤੰਜਲੀ ਵਾਲੇ ਨੇ, ਵਿੱਚੇ ਹੀ ਅਡਾਨੀ ਆ, ਵਿੱਚੇ ਅੰਬਾਨੀ ਹੈ। ਪੰਜਾਬ ਤੱਕ ਕਰਤਾ ਲੋਕਾਂ ਨੇ ਜੀਓ ਦੇ ਫੋਨ ਤੇ ਹੁਣ BSNL ਜਿਹੜੀ ਹੈ ਉਹ ਸਰਕਾਰ ਦੀ ਆ, BSNL ਵਾਲੇ ਦੇ ਨਹੀਂ ਰਹੇ ਆਪਣੇ ਕਨੈਕਸ਼ਨ। ਅਮਨਦੀਪ ਸਿੰਘ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਜਿਵੇਂ ਕਿ ਤੁਸੀਂ ਦੱਸ ਰਹੇ ਆ ਕਿ ਜੀਓ ਦਾ ਇਹ ਆ, ਜੀਓ ਦਾ ਉਹ ਆ, ਹੁਣ ਦੇਖੋ ਜੀ ਮੇਰਾ ਓਪੀਨੀਅਨ ਆ ਕਿ ਹਰ ਇੱਕ ਕਾਰਪੋਰੇਟ ਕਿਸੇ ਨਾ ਕਿਸੇ ਪਾਰਟੀ ਨਾਲ, ਪੋਲੀਟੀਕਲ ਪਾਰਟੀ ਨਾਲ ਐਫੀਲੀਏਟਡ ਹੈਗੀ ਆ। ਉਹ ਚਾਹੇ ਟਾਟਾ ਹੋਵੇ, ਬਿਰਲਾ ਹੋਵੇ, ਰਿਲਾਇੰਸ ਵਾਲੇ ਹੋਣ ਜਾਂ ਜਿਹੜਾ ਮਰਜ਼ੀ ਹੋਵੇ। ਹੁਣ ਕਿਹੜੀ ਅਕਸਰ ਹੁਣ ਦੇਖਣ ਵਾਲੀ ਗੱਲ ਹੈ, ਕਿਹੜੀ ਚੀਜ਼ ਤੇ ਆਪਾਂ ਬਾਈਕਾਟ ਕਰੀ ਜਾਵਾਂਗੇ। ਹੁਣ ਰਿਲਾਇੰਸ ਵਾਲੇ ਦਾ ਹੁਣ ਹਿੱਸਾ ਫੇਸਬੁੱਕ ਦੇ ਵਿੱਚ ਵੀ ਪਾ ਲਿਆ ਵਾ, ਕੀ ਹੁਣ ਆਪਾਂ ਫੇਸਬੁੱਕ ਨੂੰ ਬਾਈਕਾਟ ਕਰ ਦਈਏ? ਕੀ ਅਸੀਂ YouTube ਤੇ WhatsApp ਨੂੰ ਬਾਈਕਾਟ ਕਰ ਦਈਏ? ਕਿਉਂਕਿ ਉਹ ਵੀ ਓਨ ਕਰ ਰਹੀ ਹੈ ਹੁਣ ਤਾਂ। ਹੁਣੇ 2-3 ਦਿਨ ਪਹਿਲਾਂ ਹੀ ਉਹਨਾਂ ਨੇ ਵੀਡੀਓ ਕਾਨਫਰੰਸ ਕੀਤੀ ਹੈ ਮਾਰਕ ਜ਼ਕਰਬਰਗ ਪਲੱਸ ਮੁਕੇਸ਼ ਭਾਈ ਅੰਬਾਨੀ ਨੇ, ਤੇ ਫਿਰ ਹੁਣ ਉਹ 'ਚ ਦਾ ਹਿੱਸਾ ਉਹਨਾਂ ਦਾ ਪੈ ਚੁੱਕਿਆ ਵਾ। ਤੇ ਫਿਰ ਜਿਹੜਾ ਹੁਣ ਮਾੜੀ ਮੋਟੀ ਸਾਡੀ ਆਵਾਜ਼ ਫੇਸਬੁੱਕ YouTube ਰਾਹੀਂ ਇਧਰੋਂ ਉਧਰ ਜਾ ਰਹੀ ਹੈ, ਭਾਰਤ ਤੋਂ ਇੱਧਰ ਆ ਰਹੀ ਹੈ। ਅਮਨਦੀਪ ਜੀ, ਉਹ ਰਿਲਾਇੰਸ ਦੇ ਥੱਲੇ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੇ ਬ੍ਰਾਂਡ ਥੱਲੇ ਗੱਲ ਉਹਦੀ ਕਰ ਰਹੇ ਨੇ। ਫੇਸਬੁੱਕ ਤਾਂ ਦੁਨੀਆ ਦਾ ਹਿੱਸਾ, ਉਹਦੇ 'ਚ ਤਾਂ ਸਾਰਿਆਂ ਦੇ ਸ਼ੇਅਰ ਨੇ, ਗੱਲ ਇਹ ਹੋ ਰਹੀ। ਹਾਂਜੀ, ਨਹੀਂ ਮੈਂ ਮੰਨਦਾ, ਪਰ ਜਦ ਵੀ ਕੋਈ ਬਿਜ਼ਨਸ ਜੀ ਕਿਸੇ ਨਾਲ ਵੀ ਕਰਦਾ ਹੁੰਦਾ ਉਹਦਾ ਪ੍ਰਭਾਵ ਤਾਂ ਹੁੰਦਾ ਹੀ ਉਹਦੇ ਤੇ। ਇਹ ਤਾਂ ਤੁਸੀਂ ਮੰਨੋਗੇ ਨਾ ਗੱਲ ਨੂੰ, ਇਹਦੇ ਤੇ ਤਾਂ ਮੁਨਕਰ ਹੋਇਆ ਨਹੀਂ ਜਾਂਦਾ, ਚਾਹੇ ਉਹ ਕਿਸੇ ਵੀ ਲੈਵਲ ਦਾ ਬਿਜ਼ਨਸ ਹੋਵੇ, ਪਰ ਉਹਦੇ ਤੇ ਇਫੈਕਟ ਹੈਗਾ ਉਹਦਾ। ਪਰ ਗੱਲ ਇਹ ਹੈ ਜੀ ਕਿ ਮੈਂ ਹੁਣ ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਦੀ ਸਪੀਚ ਨੂੰ ਜੇ ਸੁਣਦਾ, ਤੇ ਉਹ ਕਹਿੰਦੇ ਆ ਕਿ ਜਿੱਥੇ ਅਸਲ ਥਾਂ ਤੇ ਜਾ ਕੇ ਬਾਈਕਾਟ ਕਰਨਾ ਚਾਹੀਦਾ ਉੱਥੇ ਦੁਨੀਆ ਕਿਉਂ ਨਹੀਂ ਜਾ ਰਹੀ। ਹੁਣ ਜੇ ਬਾਈਕਾਟ ਕਰਨਾ, ਜਾ ਕੇ ਭਾਖੜਾ ਨੰਗਲ ਡੈਮ ਨੂੰ ਰੋਕੋ, ਉੱਥੇ ਆ ਕੇ ਬਿਜਲੀ ਵੱਢੋ, ਬਿਜਲੀ ਨਾ ਜਾਣ ਦਿਓ ਉੱਥੇ, ਪਾਣੀ ਨਾ ਜਾਣ ਦਿਓ ਉੱਥੇ ਜਾ ਕੇ ਕਰੋ ਜਿੱਥੇ ਅਸਲ ਹੀਟ। ਇਹ ਹੀਟ ਮੈਨੂੰ ਉਹਦਾ ਇਹ ਲੱਗਦਾ ਟੈਂਪਰਰੀ ਹੀਟ ਹੈ। ਇਹਦੇ ਨਾਲ ਕੋਈ ਬਾਹਲਾ ਜਿਹੜੇ ਲੋਕਾਂ ਦੀ ਘੰਟੇ 'ਚ $1 ਬਿਲੀਅਨ ਇਨਕਮ ਹੋਵੇ, ਉਹਨਾਂ ਨੂੰ ਜੇ ਰੁਪਈਆਂ 'ਚ ਫਰਕ ਮਾੜਾ ਜਿਹਾ ਜੇ ਘਾਟਾ ਪੈਂਦਾ ਵੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਬਾਹਲੀ ਹੀਟ ਉਹਨਾਂ ਨੂੰ ਲੱਗਣੀ ਆ। ਇਹ ਵੀ ਇੱਕ ਇਨਵੈਸਟਮੈਂਟ ਦੇ ਤੌਰ ਤੇ ਹੀ ਆ ਕਿ ਭਾਈ ਪਹਿਲਾਂ ਘਾਟਾ ਖਾ ਲਓ, ਇੰਨਾ ਪੰਜਾਬ ਵਾਲੇ ਕਰਦੇ ਆ ਘਾਟਾ, ਉਦੋਂ ਬਾਅਦ ਤਾਂ ਫਾਇਦਾ ਹੀ ਫਾਇਦਾ ਨਾ, ਜਦ ਇੱਕ ਵਾਰੀ ਜਾਂ ਸਾਰਾ ਕੁਝ ਸ਼ਾਂਤ ਹੋ ਗਿਆ, ਸਾਰਾ ਕੁਝ ਸਹੀ ਹੋ ਗਿਆ। ਪਰ ਜਿਹੜਾ ਸਥਾਈ ਤੌਰ ਤੇ ਹੀਟ ਦੇਣੀ ਹੈ, ਜਿਹੜਾ ਮਤਲਬ ਕਿ ਅਸਲ ਹੀਟ ਦੇਣੀ ਆ, ਉਸ ਵੱਲ ਪਤਾ ਨਹੀਂ ਕਿਉਂ ਨਹੀਂ ਲੋਕ ਤੁਰ ਰਹੇ। ਤੇ ਇਹਨਾਂ ਕੀ ਕਹਿਣਾ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਵੀਰ ਜੀ। ਸਾਹਿਬ ਸਿੰਘ ਲਾਈਨ ਨੰਬਰ 3। ਹਾਂਜੀ ਗਿੱਲ ਸਾਹਿਬ, ਬੜੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਸਾਡੇ ਇੱਥੇ ਆਪਣਾ ਬਾਈ ਜੀ ਕੱਲ ਸਾਡੇ ਇੱਥੇ ਫੇਸਬੁੱਕ ਦਾ ਮੇਨ ਜਿਹੜਾ ਹੈਡ ਆਫਿਸ ਆ ਉਹਦੇ ਮੂਹਰੇ ਧਰਨਾ ਲਾਇਆ, ਉਹਨੂੰ ਘੇਰਿਆ ਗਿਆ, ਧੰਨ ਕਰਾਤੀ। ਕਿਸੇ ਨੇ ਨਹੀਂ ਅੱਜ ਤੱਕ ਇੰਨਾ ਕੀਤਾ ਹੋਣਾ ਜਿੰਨਾ ਕੱਲ ਇੱਥੇ ਬਾਈ ਕੈਲੀਫੋਰਨੀਆ 'ਚ ਬੇ ਏਰੀਏ ਦੇ ਵਿੱਚ ਕੀਤਾ। ਜਿੰਨਾ ਬਾਈ ਜੀ ਕਹਿ ਕੇ ਗਏ ਨੇ ਸੰਤ ਜਰਨੈਲ ਸਿੰਘ ਪਿੰਡਰਾਲੇ ਦੀ ਸਪੀਚ ਨੂੰ, ਸੰਤਾਂ ਦੀ ਨੂੰ ਅਸੀਂ ਫੁੱਲ ਚੜਾਉਂਦੇ ਹਾਂ। ਸਾਨੂੰ ਬਾਈ ਜੀ ਅਕਲੇ ਹੋਣ ਆਈ ਆ, ਅਸੀਂ ਕਦੇ ਸੋਚਿਆ ਹੀ ਨਹੀਂ, ਕਦੇ ਪੜ੍ਹ ਕੇ ਇਹ ਚੀਜ਼ ਤੇ ਅਸਰ ਕੀਤਾ ਹੀ ਨਹੀਂ ਹੈਗਾ। ਜੋ ਸਾਡੇ ਬਜ਼ੁਰਗ ਸਾਨੂੰ ਸੇਧ ਦੇ ਗਏ, ਅਸੀਂ ਲੇਟ ਤੁਰੇ ਆ ਬਹੁਤ, ਪਰ ਤੁਰ ਪਏ। ਹੁਣ ਸਾਡੇ ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ। ਕੋਈ ਹੋਸਟ ਕਿਸੇ ਲੀਡਰ ਨੂੰ, ਕਿਸੇ ਪੁਲਿਸ ਆਫੀਸਰ ਨੂੰ ਮੂੰਹ ਧਵਾ ਕੇ ਬਿਠਾ ਦੇਵੇ, ਇੱਥੇ ਸਫਾਈਆਂ ਦਵਾਈ ਜਾਵੇ, ਸਾਡੇ ਤੇ ਕੋਈ ਅਸਰ ਨਹੀਂ ਹੁੰਦਾ। ਸਮਾਂ ਲੋਕ ਬੱਚੇ ਇੰਨੇ ਨਵੇਂ ਜਿਹੜੇ ਆ ਰਹੇ ਆ, ਨਵੀਂ ਜਨਰੇਸ਼ਨ ਉਹ ਸਿਆਣੀ ਹੋ ਗਈ। ਉਹ ਕਹਿੰਦੇ ਨੇ ਭਾਈ ਤੇਰਾ ਡੈਡੀ ਏਦਾਂ ਕਹਿੰਦਾ ਸੀ, ਤੇਰਾ ਡੈਡੀ ਅੱਜ ਏਦਾਂ ਬੋਲਦਾ ਸੀ। ਹੌਲੀ ਹੌਲੀ ਨਿਆਣਿਆਂ ਨੇ ਬਾਈਕਾਟ ਕਰਨਾ ਸ਼ੁਰੂ ਕਰ ਦੇਣਾ ਕਿ ਡੈਡ ਤੂੰ ਏਦਾਂ ਨਹੀਂ ਕਰ ਰਿਹਾ, ਮਮ ਤੂੰ ਏਦਾਂ ਨਹੀਂ ਕਹਿ ਰਹੀ। ਏਦਾਂ ਸਿੱਖਿਆ ਮਿਲਣੀ ਹੈ ਬਾਈ ਜੀ, ਜਦੋਂ ਘਰੋਂ ਢੱਕ ਪੈਣੀ ਹੈ ਫਿਰ ਪਤਾ ਲੱਗਦਾ। ਬਾਕੀ ਜਿਹੜੀ ਲਾਲਾ ਰਾਮਦੇਵ ਦੀ ਤੁਸੀਂ ਗੱਲ ਕੀਤੀ ਹੈ ਬਾਈ, ਉਹ ਬੰਦਾ ਬਹੁਤ ਵਪਾਰੀ ਬੰਦਾ, ਪਰ ਉਹ ਬਹੁਤ ਗਲਤ ਬੋਲਦਾ। ਕਈ ਵਾਰ ਬੜੀ ਉਹਦੇ ਤੇ ਨਫ਼ਰਤ ਹੋ ਜਾਂਦੀ ਹੈ ਉਹਦੀ ਸਪੀਚ ਤੇ। ਜਦੋਂ ਕਿਤੇ ਸੁਣਨ ਨੂੰ ਮਿਲਦਾ ਕਹਿੰਦਾ ਜਾਮਾ ਮੂਤਨੇ ਜਾਤਾ ਹੂੰ, 2000 ਬੰਦਾ ਖੜਾ ਹੋ ਜਾਤਾ। ਉਹਨੂੰ ਪਤਾ ਨਹੀਂ ਬਾਈ ਜੀ ਹਜੇ, ਜਿੱਦਾਂ ਤੂੰ ਤਾਂ ਦਿੱਲੀ 'ਚ ਸੀਗਾ ਜਦੋਂ ਲੇਡੀਜ਼ ਦੇ ਕੱਪੜੇ ਪਾ ਕੇ ਭੱਜ ਗਿਆ ਸੀ। ਇਹ ਹੁਣ ਜ਼ਿਮੀਂਦਾਰਾਂ ਦਾ ਧਰਨਾ ਹੈ। ਤੂੰ ਤਾਂ ਸੋਚ ਨਾ ਲਈ ਕਿਤੇ, ਜੇ ਕਿਤੇ ਛੱਤਰ ਵੀ ਮਿਲ ਗਈ ਤੈਨੂੰ ਪੜ੍ਹਨਾ ਪਾ ਦੇਣਾ, ਟਰਾਲੀ ਨਾਲ ਸਾਰਾ ਕੁਛ ਹੁੰਦਾ ਸਾਡਾ। ਪਰ ਬਹੁਤ ਸਲੂਟ ਹੈ ਬਾਈ ਉਹਨਾਂ ਨੂੰ ਜਿਹੜੇ ਉੱਥੇ ਬਜ਼ੁਰਗ ਬੈਠੇ ਨੇ। ਕੱਲ ਨੂੰ ਸਾਡੇ ਸੈਕਰਾਮੈਂਟੋ ਦੇ ਵਿੱਚ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਜੀ। ਗਿੱਲ ਸਾਹਿਬ, ਸਾਰੇ ਗੁਰੂ ਘਰ ਫਰੀਮਾਊਂਟ ਤੋਂ ਲੈ ਕੇ ਮੈਂ 9 ਤਾਂ ਨਾ ਲਵਾਂ, ਸੈਕਰਾਮੈਂਟੋ ਤੱਕ ਜਿੰਨੇ ਗੁਰੂ ਘਰ ਨੇ ਸਵੇਰੇ 7, 8, 10, 9 ਵਜੇ ਤੋਂ ਸ਼ੁਰੂ ਨੇ।
ਵੱਧ ਤੋਂ ਵੱਧ ਹੋਮ ਆ ਕੇ ਪਹੁੰਚੋ। ਸਾਡੀ ਸਿੱਖ ਰਾਈਡਰਸ ਆਫ ਸੈਂਟਰ ਵੈਲੀ ਵਿਸ਼ੇਸ਼ ਤੌਰ ਤੇ ਬਾਈ ਪਹੁੰਚ ਰਿਹਾ, ਮੰਟੀਕੇ ਤੋਂ ਆ ਕੇ ਲੀਡ ਕਰਾਂਗੇ। ਏਦਾਂ ਹੀ ਅਲੱਗ-ਅਲੱਗ ਮੋਟਰਸਾਈਕਲ ਕਲੱਬ ਆਪਣੇ ਜਗ੍ਹਾ ਤੋਂ ਜਾ ਰਹੇ ਨੇ ਗਿੱਲ ਸਾਹਿਬ, ਤੇ ਜਿਹਨੇ ਵੀ ਹੋਮ ਆ ਕੇ ਪਹੁੰਚੋ। ਤੁਹਾਡੇ ਰੇਡੀਓ ਨੂੰ ਬਹੁਤ ਦੂਰ ਤੱਕ ਤੁਹਾਡਾ ਪ੍ਰੋਗਰਾਮ ਸੁਣਿਆ ਜਾਂਦਾ। ਗਿੱਲ ਸਾਹਿਬ ਤੁਸੀਂ ਬੇਨਤੀ ਕਰ ਦਿਓ, ਤੁਹਾਡੇ ਜਰੀਏ ਮੈਂ ਬੇਨਤੀ ਕਰਦਾ ਸਾਰੇ ਜਾਣੇ ਮੋਟਰਸਾਈਕਲ ਲੈ ਕੇ ਪਹੁੰਚੋ। ਮੋਟਰਸਾਈਕਲ ਤੇ ਬਹੁਤ ਈਜ਼ੀ ਆ, ਕੋਈ ਹਾਰ ਨਹੀਂ, ਕੋਈ ਠੰਡ ਨਹੀਂ। ਸਾਡੇ ਬਜ਼ੁਰਗ ਉੱਥੇ ਬੈਠੇ ਨੇ, ਮੋਟਰਸਾਈਕਲਾਂ ਤੇ ਬਹੁਤ ਸੌਖਾ ਵੀ ਰਹਿੰਦਾ, ਨਾਲੇ ਸੋਹਣਾ ਲੱਗਦਾ। ਜਦੋਂ ਸਾਡੇ ਕੋਲ ਘੋੜੇ ਤਾਂ ਨਹੀਂ ਹੈਗੇ, ਪਰ ਸਾਡੇ ਕੋਲ ਲੋਹੇ ਵਾਲੇ ਹੈਗੇ ਨੇ, ਅਸੀਂ ਇਹਨਾਂ ਨਾਲ ਆਪਣਾ ਦਈਏ ਬਜ਼ੁਰਗਾਂ ਨੂੰ। ਅਸੀਂ ਆਪਣੇ ਨੂੰ ਕਿੰਨੇ ਵਜੇ ਕਿੱਥੇ ਮਿਲਣਾ ਤੇ ਕਿੰਨੇ ਵਜੇ ਮਿਲਣਾ ਜੀ? 8:15 ਵਜੇ ਜੇਸੀ ਪੈਨੀ ਦੀ ਪਾਰਕਿੰਗ ਮੰਟੀਕੇ ਤੋਂ ਗਿੱਲ ਸਾਹਿਬ ਤੁਰਨਾ 9 ਵਜੇ ਦੇ ਕਰੀਬ, ਤੇ 8:15 ਵਜੇ ਸ਼ੁਰੂ ਹੋ ਜਾਣਾ। ਸੰਗਤਾਂ ਨੇ ਸਾਰਿਆਂ ਨੇ ਮੰਟੀਕਾ ਗੁਰਦੁਆਰੇ ਦੇ ਉੱਥੇ ਸਾਡੇ ਪਾਰਕਿੰਗ 'ਚ ਥੋੜਾ ਜਿਹਾ ਹੈਗਾ, ਪਾਰਕਿੰਗ ਜ਼ਿਆਦਾ ਖੁੱਲੀ ਆ, ਤੇ ਜੇਸੀ ਪੈਨੀ ਦੀ 99 ਦੇ ਉੱਤੇ ਆ। ਤੇ ਸਭ ਸਾਰੇ ਵੱਧ ਤੋਂ ਵੱਧ ਪਹੁੰਚੋ। ਅੱਜ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਸਾਡਾ ਸਿਰ ਝੁਕਦਾ ਹੈ ਗਿੱਲ ਸਾਹਿਬ। ਇੱਕ ਤੁਸੀਂ ਹੋਸਟ ਸੀ ਜਿਹੜੇ ਉਹਨਾਂ ਦੇ ਹੱਕ 'ਚ ਪ੍ਰੋਗਰਾਮ ਕਰਦੇ ਸੀ, ਅੱਜ ਸਾਨੂੰ ਉਹਨਾਂ ਨੇ ਉਸੇ ਸਾਲ ਦੇ ਵਿੱਚ ਰਿਜ਼ਲਟ ਕੱਢ ਕੇ ਦੇਤਾ ਕਿ ਆਹ ਖੜੇ ਆ, ਮੂਹਰੇ ਡਟੇ ਖੜੇ ਨੇ ਸਭ ਤੋਂ ਮੂਹਰੇ। ਬਾਕੀ ਮੈਂ ਇਹਦਾ ਬੇਨਤੀ ਕੀਤੀ ਕਿ ਮੈਨੂੰ ਲੱਗਦਾ ਹੈ ਕਿ ਉੱਥੇ ਆਪਣਾ ਦਿੱਲੀ ਜਿੱਥੇ ਧਰਨਾ ਲੱਗਿਆ ਹੋਇਆ ਕਿਸਾਨਾਂ ਦਾ ਅਜਾਇਬ ਘਰ ਜ਼ਰੂਰ ਬਣੂਗਾ, ਮੈਨੂੰ ਜਿੱਥੇ ਤੱਕ ਲੱਗਦਾ। ਹੁਣ ਉਹਨਾਂ ਨੇ ਬਾਈ ਟਰਾਲੀ ਇੱਕ ਅਖਬਾਰ ਕੱਢਿਆ, ਆਪਣਾ ਪੂਰਾ ਨਾਂ ਮੈਨੂੰ ਵਿਸਰ ਗਿਆ ਉਹਦਾ, ਪਤਾ ਨਹੀਂ ਕੀ ਹੈ। ਹਾਂ, ਟਰਾਲੀ ਟਾਈਮ ਬਾਈ ਬਾਰੀ। ਹਾਂਜੀ, ਨੇੜੇ ਜੋ ਆਪਾਂ ਸੋਚਦੇ ਹਾਂ ਸਭ ਉਧਰ ਨੂੰ ਨੇੜੇ ਨੂੰ ਜਾ ਰਹੇ ਆ। ਮੈਂ ਕਹਿੰਦਾ ਲੋਕਾਂ ਨੇ ਉੱਠ ਖੜਨਾ ਗਿੱਲ ਸਾਹਿਬ। ਪੜ੍ਹਾਈ ਲਿਖਾਈ ਜੱਜ ਵਕੀਲ ਸਾਡੇ ਕੋਲ ਸਾਰੇ ਨੇ, ਸਾਡੇ ਕੋਲ ਪ੍ਰੋਬਲਮ ਆ ਥੋੜੀ ਜਿਹੀ ਹੋਸਟਾਂ ਦੀ, 2-3 ਨੇ ਤੁਹਾਡੇ ਵਰਗੇ। ਜੇ ਕਿਤੇ ਹੋਰ ਆ ਜਾਣਾ ਬਾਈ ਜੀ, ਆ ਸਪੌਟ ਰੋਡ ਤੇ ਸਾਰੇ ਬੈਠੇ ਨੇ, ਤਾਂ ਸਭ ਕੁਝ ਚਲਾ ਲਾਂਗੇ ਇੱਥੋਂ ਗਿੱਲ ਸਾਹਿਬ। ਥੈਂਕ ਯੂ ਸੋ ਮਚ ਗਿੱਲ ਸਾਹਿਬ ਜੀ। ਚਲੋ ਜੀ, ਜਿਹਦੇ ਵਾਸਤੇ ਰਹੋ। ਸਰ ਮਨਪ੍ਰੀਤ ਸਿੰਘ ਮਾਨ ਮੰਟੀਕੇ ਤੋਂ, ਨਾਲ ਪਿੰਡੂ ਨੇ ਸਾਡੇ ਦਰਾਹੇ ਤੋਂ, ਤੇ ਕਲਕੱਤੇ ਰਹੇ ਸਾਰੀ ਜ਼ਿੰਦਗੀ। ਸਰ ਜਗਮੇਲ ਸਿੰਘ ਜੀ, ਲਾਈਨ ਨੰਬਰ 4 ਜੀ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੈਂ ਤਾਂ ਇੱਕੋ ਹੀ ਫਾਰਮੂਲਾ ਦੇਣ ਲੱਗਾ ਕਿ ਅਡਾਨੀ ਅਬਾਨੀ ਤੇ ਲਾਲਾ ਰਾਮਦੇਵ ਦਾ ਤਾਂ ਬਾਈਕਾਟ ਕਰਨਾ ਹੀ ਕਰਨਾ ਹੈ। ਜਿੰਨੇ ਵੀ ਸੱਜਣ ਸੁਣ ਰਹੇ ਨੇ ਇਸ ਰੇਡੀਓ ਨੂੰ, ਉਹ ਆਪਦੇ ਪਿੰਡ ਫੋਨ ਕਰਕੇ ਕਹਿ ਦੇਣ ਕਿ ਜਿਹੜਾ ਵੀ ਭਾਜਪਾਈ ਕੋਈ ਡੀਲ ਕਰਦਾ, ਕੋਈ ਦੁਕਾਨ ਕਰਦਾ, ਉਹਦੀ ਦੁਕਾਨ ਤੋਂ ਸੌਦਾ ਨਹੀਂ ਲੈਣਾ, ਉਹਦੇ ਨਾਲ ਜੇ ਬਾਹਰ ਲੱਗੇ ਤਾਂ ਉਹਨੇ ਡੀਲ ਨਹੀਂ ਕਰਨੀ। ਇਹ ਪੱਕਾ ਕਰ ਲਓ, ਸਾਰੇ ਸੂਤ ਆ ਜਾਣਗੇ। ਥੈਂਕ ਯੂ। ਵਪਾਰਕ ਸਲੇਸ਼ ਲੈ ਲਈ ਜੀ, ਸਾਰੇ ਅੜੀਕਿਓ, ਹੁਣੇ ਮੁੜਦਾ। ਜਸਵਿੰਦਰ ਕੌਰ ਜੀ, ਲਾਈਨ ਨੰਬਰ 5। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਵੀਰ ਜੀ, ਮੈਂ ਗੂਗਲ ਤੋਂ ਬੋਲਦੀ ਆ। ਜੇ ਮੈਂ ਨਾ ਮੇਰਾ ਹੌਲੀ ਹੋਵੇ ਨਾ ਜਾਂ ਉੱਚੀ ਹੋਵੇ ਮੈਨੂੰ ਦੱਸ ਦਿਓ, ਮੈਂ ਫੋਨ ਡਾਇਲ ਨਹੀਂ ਕਰ ਸਕਦੀ। ਹਾਂਜੀ ਠੀਕ ਹੈ ਜੀ, ਠੀਕ ਹੈ ਇੱਥੇ। ਹਾਂਜੀ ਵੀਰ ਜੀ, ਇੱਕ ਮੈਨੂੰ ਮੈਂ ਰੇਡੀਓ ਲੇਟ ਲਾਇਆ, ਅੱਗੇ ਮੈਂ 12 ਵਜੇ ਲਾ ਲੈਣੀ, ਅੱਜ ਮੈਂ ਲੇਟ ਲਾਇਆ। ਕਿਸੇ ਨੇ ਗੈਸ ਦਾ ਮੈਂਸ਼ਨ ਕਰ ਦਿੱਤਾ, ਜਿਹੜੇ ਗੈਸ ਸਿਲੰਡਰ ਦੇ ਉੱਤੇ ਸਾਡੀਆਂ ਭੈਣਾਂ ਰੋਟੀ ਪਕਾਉਣ ਗਿੱਝ ਗਈਆਂ ਦਿਹਾੜੀਆਂ ਦੀਆਂ ਤੇ ਸਾਰੀਆਂ, ਉਹ ਗੈਸ ਸਿਲੰਡਰ ਦਸੰਬਰ ਦੇ ਮਹੀਨੇ 'ਚ 100 ਰੁਪਇਆ ਉੱਤੇ ਕਰਤਾ ਉਹਨਾਂ ਨੇ, ਰਵਾਨੀਆਂ ਬਾਨੀਆਂ ਨੇ। ਇਹ ਹੁਣ ਇਹਨਾਂ ਨੇ ਭੈਣਾਂ ਨੇ ਪਾਥੀਆਂ ਆਲ ਛਿਟੀਆਂ, ਇਹਨਾਂ ਨੂੰ ਹੁਣ ਇੱਧਰ ਸਲਵਾਰ ਲਈ ਬੈਕ ਆਉਣਾ ਪੈਣਾ, ਤਵੀਆਂ ਤੇ ਰੋਟੀਆਂ ਲਾਉਣੀਆਂ ਪੈਣੀਆਂ, ਤੇ ਹੁਣ ਸਿਲੰਡਰ ਚੱਕ ਦੋ। ਉਧਰੋਂ ਤੁਸੀਂ ਕੈਂਸਲ ਕਰੀ ਜਾਂਦੇ ਹੋ, ਉਧਰੋਂ ਉਹਨਾਂ ਨੇ 100 ਰੁਪਇਆ ਤਾਂ ਚੱਕਤਾ। ਇਹ ਹੁਣ ਗੈਸ ਦੇ ਸਿਲੰਡਰ ਵੀ ਬੰਦ ਕਰਨਾ ਪਊਗਾ ਕਿਤੇ ਜਾ ਕੇ। ਹੁਣ ਜਿਹੜੇ ਹੈਗੇ, ਜੇ ਤੁਸੀਂ ਦੇਖੋ ਨਾ ਵੀਰ ਜੀ, ਤੁਹਾਨੂੰ ਤਾਂ ਬਾਹਲਾ ਪਤਾ, ਜਿਹੜੇ ਹੈਗੇ ਆਪਣੇ ਸਰੋਤੇ ਉਹਨਾਂ ਨੂੰ ਮੇਥੋਂ ਜ਼ਿਆਦਾ ਪਤਾ। ਉਹ ਜਿਹੜਾ ਸਿਲੰਡਰ ਆ ਹਰ ਇੱਕ ਥਾਂ ਤੇ 600 ਤੋਂ ਉੱਤੇ ਹੋ ਗਿਆ, ਤੇ ਉਹਦਾ ਵੀ ਧਿਆਨ ਰੱਖਣ ਸਾਰੇ ਜਣੇ। ਵੀਰ ਜੀ ਥੈਂਕ ਯੂ ਸੋ ਮਚ। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਓਕੇ ਗੂਗਲ, ਇਹ ਥੈਂਕ ਯੂ। ਇਹ ਜਿਹੜਾ ਨਾ, ਇਹ ਗੱਲ ਬਿਲਕੁਲ ਠੀਕ ਹੈ ਕਿ ਹੁਣ ਤਾਂ ਐਡਾ ਵੱਡਾ ਪੰਗਾ ਪੈ ਗਿਆ ਕਿ ਸਿਲੰਡਰ ਬਿਨਾ ਕੋਈ ਵੀ ਉੱਥੇ ਕੁਛ ਵੀ ਨਹੀਂ ਹੈ।
ਇਹ ਵੀ ਹੁਣ ਇਹਦੇ ਵਿੱਚੋਂ ਬਹੁਤ ਕੁਝ ਨਿਕਲਾ। ਤੁਸੀਂ ਯਾਦ ਰੱਖਿਓ, ਇਸ ਸੰਘਰਸ਼ ਦੇ ਵਿੱਚੋਂ ਬਹੁਤ ਕੁਝ ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਨਵੀਆਂ ਹੋਈਆਂ। ਵੇਖਿਓ ਜਦ ਘਰਾਂ ਨੂੰ ਉਹਨਾਂ ਨੇ ਮੁੜਨਾ ਹੈ। ਇਹ ਜਿਹੜਾ ਸਿਲੰਡਰ ਵਾਲੀ ਗੱਲ, ਭੈਣ ਜੀ ਦੀ ਗੱਲ ਠੀਕ ਹੈ ਕਿ ਉਹਨਾਂ ਨੇ 100 ਰੁਪਈਆ ਉਹ ਵਧਾ ਦਿੱਤਾ। ਸਰ ਰੁਪਿੰਦਰ ਸਿੰਘ, ਲਾਈਨ ਨੰਬਰ 2। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਆਪਣਾ ਮੇਰੀ ਨਾ ਇੱਕ ਬੇਨਤੀ ਆ ਕਿ ਇਹ ਘੱਟੋ ਘੱਟ ਲੋਕਾਂ ਨੂੰ ਇੱਥੇ ਤੱਕ ਆਪਣਾ ਜਿਹੜਾ ਗੁੱਸਾ ਆਪਾਂ ਇੱਥੇ ਤੱਕ ਨਾ ਆਪਾਂ ਪਹੁੰਚਾ ਦਈਏ ਕਿ ਆਪਾਂ ਨੂੰ ਆਪਣੇ ਐਕਸ਼ਨ ਹੀ ਨਾ ਪਤਾ ਲੱਗਣਾ ਆਪਾਂ ਕਰ ਕੀ ਰਹੇ ਆ। ਠੀਕ ਹੈ, ਇਹ ਠੀਕ ਹੈ। ਇਹ ਆਪਣਾ ਉਹਨਾਂ ਦਾ ਵਿਰੋਧ ਸਾਈਨ ਤੌਰ ਦੇ ਉੱਤੇ ਵੀ ਕੌਣ ਉਹਨਾਂ 'ਚ ਇਨਵੋਲਵ ਨੇ, ਵਿੱਚ ਗੌਰਮੈਂਟ, ਪਾਰਟੀ ਤੇ ਜਿਹੜੇ ਉਹਨਾਂ ਨੂੰ ਫਾਈਨੈਂਸ ਕਰਦੇ ਨੇ ਵੱਡੀਆਂ ਕਾਰਪੋਰੇਸ਼ਨਾਂ। ਠੀਕ ਆ, ਆਪਾਂ ਨੂੰ ਉਹਨਾਂ ਨੂੰ ਦੱਸਣਾ ਜ਼ਰੂਰੀ ਆ ਬਈ ਭਾਈ ਆਹ ਤੁਹਾਡਾ ਹੁਣ ਚੱਲਣਾ ਨਹੀਂ ਹੈਗਾ। ਠੀਕ ਹੈ, ਇਹ ਨਾ ਹੋਵੇ ਕਿ ਵੀ ਉਹਨਾਂ ਨੂੰ ਵਿਰੋਧ ਕਰਦੇ ਆਪਾਂ ਰੇਸਿਜ਼ਮ ਦੇ ਵਿੱਚ ਫਸ ਜਾਈਏ, ਵੈਂਡਲਿਜ਼ਮ ਦੇ ਵਿੱਚ ਫਸ ਜਾਈਏ, ਹੇਟ ਕ੍ਰਾਈਮ ਦੇ ਵਿੱਚ। ਆਪਾਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਕਿੰਨੀਆਂ ਕੁਰਬਾਨੀਆਂ ਦੇ ਕੇ ਆਪਣੀ ਰੈਪੂਟੇਸ਼ਨ ਬਣਾਈ ਹੈ ਕਿ ਵੀ ਨਹੀਂ ਇਹ ਹੇਟ ਕ੍ਰਾਈਮ ਦੇ ਕਾਬਲ ਨਹੀਂ। ਲੋਕੀ ਇਹਦਾ ਪਿਆਰ ਕਰਨ ਵਾਲੇ ਨੇ, ਪਿਆਰ ਇਹਨਾਂ ਨੂੰ ਚਾਹੀਦਾ। ਠੀਕ ਹੈ, ਘੱਟੋ ਘੱਟ ਪਰਸਨਲ ਲੈਵਲ ਦੇ ਉੱਤੇ ਕੋਈ ਮੰਨ ਲਓ ਵਾਜਪਾਈ ਬੀਜੇਪੀ ਦਾ ਜਾਂ RS ਦਾ ਬੰਦਾ ਹੋਵੇ, ਉਹ ਪਾਰਟੀ ਦਾ ਬੰਦਾ, ਠੀਕ ਹੈ, ਇੱਕ ਲੀਡਰ ਹੈ ਕਿ ਪਾਰਟੀ ਦਾ ਬੰਦਾ ਜਦੋਂ ਕੱਲ ਨੂੰ ਪਾਰਟੀ ਜ਼ੀਰੋ ਹੋ ਜਾਣੀ ਹੈ ਲੋਕਾਂ ਦੇ ਵਿੱਚ, ਉਹ ਜਿਹੜੇ ਬੰਦਿਆਂ ਨੇ ਉਹਨਾਂ ਨੇ ਕਿਸੇ ਹੋਰ ਪਾਰਟੀਆਂ 'ਚ ਜਾ ਵੜਨਾ। ਅਲਟੀਮੇਟਲੀ ਜਿਹੜਾ ਟਾਰਗੇਟ ਲੀਡਰਾਂ ਨੂੰ ਕਰਨਾ ਚਾਹੀਦਾ, ਨਾ ਕਿ ਤੁਸੀਂ ਪਰਸਨਲ ਲੈਵਲ ਤੇ ਤਾਂ ਆਪਾਂ ਹੇਟ ਪੈਦਾ ਕਰਾਂਗੇ ਇੱਕ ਦੂਜੇ ਦੇ ਖਿਲਾਫ। ਧਰਮਾਂ ਦੀ ਜਿਹੜੇ ਪਾਣੀਆਂ ਦੀ ਗੱਲ ਵੀਰ ਜੀ ਨੇ ਕਹੀ ਸੀ ਵੀ ਪਾਣੀ ਬੰਦ ਕਰ ਦਿਓ, ਬਿਜਲੀ ਬੰਦ ਕਰ ਦਿਓ। ਵੀਰ ਜੀ, ਜਿਹੜੇ ਨੈਤਿਕ ਤੌਰ ਤੇ ਜਾਂ ਇਮੋਸ਼ਨਲੀ ਤੌਰ ਤੇ ਜਿਹੜੇ ਹਿੰਦੁਸਤਾਨ ਦੇ ਵਿੱਚ ਲੋਕੀ ਜੁੜੇ ਹੋਏ ਨੇ ਅੰਦੋਲਨ ਨਾਲ, ਮਤਲਬ ਉਹ ਵੀ ਹੁਣ ਆਪਾਂ ਤੋੜ ਦਈਏ ਇਹੋ ਜਿਹੇ ਐਕਸ਼ਨ ਕਰਕੇ। ਗੁੱਸਾ ਤੁਸੀਂ ਤੁਹਾਡਾ ਰੁਪਿੰਦਰ ਸਿੰਘ ਜੀ, ਤੁਹਾਡਾ ਕਹਿਣਾ ਇਹ ਆ ਵੀ ਇਹ ਬਾਈਕਾਟ ਨਹੀਂ ਕਰਨਾ ਚਾਹੀਦਾ, ਇਹ ਕਹਿੰਦੇ ਹੋ? ਨਹੀਂ ਜੀ, ਇੱਕ ਮਿੰਟ ਵੀਰ ਜੀ, ਮੇਰੀ ਗੱਲ ਸੁਣ ਲਓ। ਬਾਈਕਾਟ ਬਿਲਕੁਲ ਕਰਨਾ ਚਾਹੀਦਾ। ਜਿਹੜੀਆਂ ਚੀਜ਼ਾਂ ਜਿਵੇਂ ਉਹਨਾਂ ਨੇ ਪੰਜਾਬ ਹਰਿਆਣੇ 'ਚ ਉਹਨਾਂ ਨੇ ਕੀਤਾ, ਜੀਓ ਦੀਆਂ ਸਿਮਾਂ ਤੇ ਹੋਰ ਜਿਹੜੀਆਂ ਈਵਨ ਗੈਸ ਸਟੇਸ਼ਨਾਂ ਦਾ ਹੋ ਰਿਹਾ। ਠੀਕ ਹੈ, ਪਰ ਹਰ ਇੱਕ ਚੀਜ਼ ਉਹ ਇੰਡੀਆ 'ਚ ਹੋ ਰਹੀ ਆ, ਆਪਾਂ ਇਹਨਾਂ ਮੁਲਕਾਂ 'ਚ ਲਾਗੂ ਨਾ ਕਰੀਏ ਕਿਉਂਕਿ ਇਹਨਾਂ ਦਾ ਸਿਸਟਮ ਹੋਰ ਹੈ। ਆਪਣੀ ਜਿਹੜਾ ਮੈਸੇਜ ਗਲਤ ਜਾਊਗਾ। ਫਿਰ ਮੇਰਾ ਕਹਿਣ ਦਾ ਮਤਲਬ ਇਹ ਆ, ਤੁਸੀਂ ਹੁਣ ਤਾਂ ਆਪਾਂ ਆਪਣਾ ਨਾ ਹਨਾ ਇੱਕ ਬੈਡ ਰੂਪ ਪੇਸ਼ ਕਰਨਗੇ, ਜਿਹਨੂੰ ਮੁੜ ਕੇ ਧੱਬੇ ਇਹੋ ਜਿਹੇ ਲੱਗਣਗੇ, ਆਪਾਂ ਨੂੰ ਧੋਣਾ ਬਹੁਤ ਔਖਾ ਹੋਣਾ। ਮੈਂ ਇਸ ਕਹਿਣ ਦਾ ਇਹ ਉਹਦਾ ਪੋਲੀਟੀਕਲੀ ਤੌਰ ਤੇ, ਠੀਕ ਹੈ, ਇਹਨਾਂ ਦੇ ਜਿਹੜੇ ਕਮਿਸ਼ਨ ਨੇ ਉਹਨਾਂ ਦੇ ਅੱਗੇ ਕਰ ਸਕਦੇ ਆ। ਤੁਹਾਡਾ ਮਨ ਇਹ ਆ ਵੀ ਇਹਦੇ ਨਾਲ ਤੁਹਾਡੀ ਹਾਰਮਨੀ ਖਰਾਬ ਹੋਊ ਇਹਨਾਂ ਦੇਸ਼ਾਂ 'ਚ, ਇਹ ਚੀਜ਼ ਠੀਕ ਨਹੀਂ। ਉਹੀ ਗੱਲ ਹੈ, ਡਾਇਲੌਗ ਰੱਖੋ ਨਾ। ਜਿਹੜਾ ਈਵਨ ਪਾਰਟੀ ਦਾ ਕੋਈ ਲੀਡਰ ਵੀ ਆ ਜਾਂ ਕੁਛ ਤੁਹਾਡੇ ਕੋਲ ਆਉਂਦਾ ਹੈ, ਤੁਹਾਡੇ ਨਾਲ ਉਹਨੂੰ ਡਾਇਲੌਗ ਕਰੋ ਬਈ ਭਾਈ ਆ ਤੁਹਾਡੇ ਬੰਦੇ ਆਹ ਗੱਲ ਗਲਤ ਕਰ ਰਹੇ ਆ। ਇੰਸਟੈਡ ਕਿ ਆਪਾਂ ਨੂੰ ਇਹੋ ਜਿਹੇ ਤਰੀਕੇ ਨਾਲ ਆਪਾਂ ਵਿਰੋਧ ਕਰੀਏ ਕਿ ਉਹ ਲੋਕੀ ਆਪਾਂ ਨੂੰ ਆਪਣਾ ਮੈਸੇਜ ਗਲਤ ਜਾਵੇ ਵੀ ਇਹ ਤਾਂ ਲੋਕੀ ਸਾਨੂੰ ਕੁੱਟਣ ਮਾਰਨ ਨੂੰ ਤੁਰੇ ਫਿਰਦੇ ਨੇ ਹਨਾ। ਉਹਨਾਂ ਡਾਇਲੌਗ ਕਰੀਏ ਵੀ ਹਾਂ ਭਾਈ ਤੁਹਾਡੀ ਪਾਰਟੀ ਵਾਲੇ ਤੁਹਾਡੇ ਬੰਦੇ ਇਹ ਗਲਤ ਕਰ ਰਹੇ ਨੇ। ਠੀਕ ਹੈ, ਤੁਹਾਡਾ ਵਿਊ ਸੁਣ ਲਿਆ ਜੀ ਮੈਂ। ਥੈਂਕ ਯੂ, ਧੰਨਵਾਦ। ਸਿੰਘ ਸਿੱਧੂ ਜੀ, ਲਾਈਨ ਨੰਬਰ 3। ਕੀ ਇੱਥੇ ਬਾਹਰ ਜਿਹੜਾ ਸੁਨੇਹਾ ਆਇਆ ਇਹਨਾਂ ਦੇ ਪ੍ਰੋਡਕਟਸ ਦਾ ਬਾਈਕਾਟ ਹੋਣਾ ਚਾਹੀਦਾ ਜਾਂ ਨਹੀਂ ਜੀ? ਗਿੱਲ ਸਾਹਿਬ, ਲਾਈਨ ਨੰਬਰ 3 ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਹੋਣਾ ਚਾਹੀਦਾ ਜੀ। ਮੈਨੂੰ ਤਾਂ ਸਾਨੂੰ ਸਗੋਂ ਦੱਸੋ ਵੀ ਇੱਥੇ ਫਰੂਟੀ ਕੈਨਾ ਜਾਂ ਮੈਂ ਕੋਈ ਸਟੋਰ ਦਾ ਨਹੀਂ, ਮੈਂ ਤਾਂ ਜਾਣਾ ਇਹਨਾਂ ਸਟੋਰਾਂ ਤੇ ਵੀ ਉੱਥੇ ਕਿਹੜੀਆਂ ਚੀਜ਼ਾਂ ਹੈਗੀਆਂ ਇੱਥੋਂ ਆਪਾਂ ਜਾਂ ਸਨ ਫਾਰਮਾ ਸਾਡੇ ਵਰਨ ਵਿੱਚ ਹੈਗੇ ਆ ਜਾਂ ਕੋਈ ਸੁਪਰ ਸਟੋਰ 'ਚ ਕਿਹੜੇ ਇਹਨਾਂ ਦੇ ਪ੍ਰੋਡਕਟ ਆਉਂਦੇ, ਸਾਨੂੰ ਦੱਸੋ ਤੇ ਅਸੀਂ ਉਹਨਾਂ ਦਾ ਬਾਈਕਾਟ ਕਰੀਏ। ਬਹੁਤ ਚੰਗੀ ਗੱਲ ਹੈ। ਮਤਲਬ ਕੱਲ ਜਿਵੇਂ ਉੱਥੇ ਸੈਨ ਫਰਾਂਸਿਸਕੋ ਬਾਈ ਜਸਵਿੰਦਰ ਜੱਸੀ ਸਿੰਘ ਗਿੱਲ ਗਿੱਦੜਵਿੰਡੀ ਵਾਲੇ, ਉਹਨਾਂ ਨੇ ਸਾਰਿਆਂ ਨੇ ਬਾਈਕਾਟ ਉੱਥੇ ਗਏ ਆ, ਮੈਨੂੰ ਲੱਗਦਾ ਉਹ ਆਪਣੇ ਇਹਨਾਂ ਦੇ ਫੇਸਬੁੱਕ ਤੇ ਆਫਿਸ 'ਚ। ਤੇ ਇਵੇਂ ਬਿਲਕੁਲ ਇਵੇਂ ਆਪਾਂ ਨੂੰ ਕਰਨਾ ਚਾਹੀਦਾ ਤੇ ਇਹਨਾਂ ਦੇ ਪ੍ਰੋਡਕਟਾਂ ਦਾ ਕਰੋ। ਚਲੋ ਉਹ ਪਤਾ ਨਹੀਂ ਹੁਣ ਕਾਫੀ ਦੇ ਖਿਲਾਫ ਕਾਫੀ ਜਿਹੜੀ ਅਫਰੀਕਨ ਕੰਟਰੀ ਚੋਂ ਲਿਆਂਦੀ ਆ, ਇੱਥੇ ਦੇ ਲੋਕਾਂ ਨੇ ਕਾਫੀ ਦਾ ਬਾਈਕਾਟ ਕੀਤਾ। ਇੱਥੇ ਦੀਆਂ ਕੰਪਨੀਆਂ ਕਾਫੀ ਲਿਆਉਂਦੇ, ਕਹਿੰਦੇ ਤੁਸੀਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਪੂਰੇ। ਮੇਰੇ ਖਿਆਲ ਇਹ ਆਪਣਾ ਸਿੰਬੋਲਿਕ ਕੁਛ ਨਾ ਕੁਛ ਜੇ ਤੁਸੀਂ ਕਰ ਸਕਦੇ ਹੋ। ਪਰ ਖੈਰ ਤੁਹਾਡੇ ਸਾਰਿਆਂ ਦੇ ਵਿਊਜ਼ ਨੇ ਆਪਣੇ। ਸਿੱਧੂ ਸਾਹਿਬ ਥੈਂਕ ਯੂ। ਮੋਹਨ ਸਿੰਘ ਜੀ, ਲਾਈਨ ਨੰਬਰ 4। ਹੈਲੋ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਹਾਂਜੀ, ਇਹ ਬਿਲਕੁਲ ਬਾਈਕਾਟ ਕਰਨਾ ਚਾਹੀਦਾ
ਤੇ ਪਤਾ ਕਰੋ ਵੀ ਕਿਹੜੀ ਕਿਹੜੀ ਚੀਜ਼ ਆ। ਤੇ ਬਾਕੀ ਇੱਕ ਜਿਹੜਾ ਆਪਣੇ ਵੀ ਇਹਨੂੰ ਛੱਡ ਦਿੱਤਾ, ਜਿਹੜਾ ਆਪਣੇ ਸੁੱਖਾ ਅਮਲੀ ਆ, ਇਹਦਾ PTC ਚੈਨਲ, ਇਹਦਾ ਵੀ ਬਾਈਕਾਟ ਕਰਨਾ ਚਾਹੀਦਾ। ਇਹ ਪੁਆੜੇ ਦੀਆਂ ਜੜ੍ਹਾਂ ਇਹ ਆ, ਇਹਨਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ। ਤੇ ਬਾਕੀ ਹੋਰ ਮੈਂ ਇੱਕ ਤੁਹਾਤੋਂ ਪੁੱਛਣਾ ਚਾਹੁੰਦਾ ਸੀ, ਸਿਮਰਜੀਤ ਸਿੰਘ ਬੈਂਸ ਦਾ ਨਹੀਂ ਕੋਈ ਪਤਾ ਲੱਗਿਆ। ਪਹਿਲੇ ਦਿਨ ਤਾਂ ਮੈਂ ਦੇਖਿਆ ਉਹਨੂੰ ਆਪਣੇ ਵੀ ਜਿੱਦਣ ਤੁਰੇ ਆ ਪੰਜਾਬ ਚੋਂ, ਉਹ ਤੋਂ ਬਾਅਦ ਨਹੀਂ ਉਹਨਾਂ ਦਾ ਕੋਈ ਆਪਣੇ ਵੀ ਪਤਾ ਕੋਈ ਖਬਰ ਆਈ। ਕੁਛ ਪਤਾ ਕਰਕੇ ਦੱਸੋਗੇ? ਹਾਂਜੀ, ਉੱਥੇ ਕੋਈ ਆਈ ਨਹੀਂ। ਉਹਨਾਂ ਦਾ ਇੱਕ ਇਸ਼ੂ ਜਿਹਾ ਹੋ ਗਿਆ ਸੀ, ਜਿਹੜਾ ਇਸਤਰੀ ਨੇ ਉਹਨਾਂ ਦੇ ਦੋਸ਼ ਲਾਤੇ ਸੀ, ਉਹਦੇ ਬਾਅਦ ਉਹਨਾਂ ਦੀ ਕੋਈ ਖਬਰ ਆਈ ਨਹੀਂ। ਬਿਲਕੁਲ ਪਤਾ ਕਰਦੇ ਆ ਜੀ, ਪਤਾ ਕਰ। ਹਾਂਜੀ, ਪਤਾ ਕਰਿਓ। ਇੰਨੇ ਮੇਰੇ ਵਿਚਾਰ ਸੀਗੇ। ਥੈਂਕ ਯੂ ਜੀ। ਸਨੀ ਜੀ, ਲਾਈਨ ਨੰਬਰ 5। ਹਾਂਜੀ ਫਤਿਹ ਜੀ, ਆਪਣੇ ਮੈਂ ਤਾਂ ਇਹੀ ਕਹਿਣਾ ਸੀਗਾ ਵੀ ਆਪਣੇ ਇਹ ਜ਼ਰੂਰ ਪ੍ਰੋਡਕਟ ਦਾ ਆਪਾਂ ਨੂੰ ਬਾਈਕਾਟ ਕਰਨਾ ਚਾਹੀਦਾ। ਦੇਖੋ ਇੰਡੀਆ ਦੇ ਵਿੱਚ ਉਹਨਾਂ ਨੇ ਕੀਤਾ ਆ, ਤੇ ਅਡਾਨੀ ਸਾਹਿਬ ਆਪ ਤਾਂ ਕਹਿੰਦੇ ਆ ਕਿਸਾਨਾਂ ਨੂੰ SPM ਦੇ ਚਲ ਜਾਓ, ਹਨਾ। ਹੁਣ ਉਹਨਾਂ ਨੇ ਕਿਸਾਨਾਂ ਦੇ ਦੇਖੋ ਜੀਓ ਦੇ ਸਿਮ ਬੰਦ ਕਰਾਏ ਆ, ਆਪ ਜਦੋਂ ਹੀ ਜਾ ਕੇ ਕੋਰਟ ਵਿੱਚ ਚਲੇ ਗਏ ਦੂਸਰੀਆਂ ਕੰਪਨੀਆਂ ਦੇ ਵਿਰੁੱਧ। ਠੀਕ ਤਾਂ ਉਹਨਾਂ ਦੇ ਪਈ ਆ ਜੀ, ਇਹ ਤਾਂ ਤੁਸੀਂ ਚਾਹੇ ਮੰਨੋ ਚਾਹੇ ਨਾ, ਉਹਨਾਂ ਨੂੰ ਝਟਕਾ ਤਾਂ ਲੱਗਿਆ। ਤੇ ਬਾਕੀ ਵਿਰੋਧ ਜਿਹੜੇ ਕਰਨ ਦੀ ਗੱਲ ਹੈ ਉਹ ਇੱਥੇ ਵੀ ਕਰਨਾ ਚਾਹੀਦਾ। ਜਿਹੜਾ ਪ੍ਰੋਡਕਟ ਉਹਨਾਂ ਦਾ ਇੱਥੇ ਆਪਾਂ ਕਿਸੇ ਵੀ ਸਟੋਰ ਵਿੱਚ ਆ, ਹੋਰ ਵੀ ਜਿਹੜਾ ਲੱਗਦਾ ਕੋਈ ਵੀ ਕਰਨਾ ਜ਼ਰੂਰੀ ਚਾਹੀਦਾ। ਉੱਥੇ ਵੀ ਇੰਡੀਆ ਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਉਹਨਾਂ ਚੀਜ਼ਾਂ ਦਾ ਵੀ ਲੋਕਾਂ ਨੇ ਆਲਰੇਡੀ ਸ਼ੁਰੂ ਕਰ ਦਿੱਤਾ ਕਰਨਾ। ਥੈਂਕ ਯੂ ਜੀ, ਥੈਂਕ ਯੂ। ਦੋ ਹੋਰ ਲੈ ਕੇ ਇਸ ਵਿਸ਼ੇ ਤੇ ਫਿਰ ਆਪਾਂ ਇਤਿਹਾਸ ਦੀ ਗੱਲ ਤੋਰਾਂਗੇ। ਸਰ ਗੁਰਬਖਸ਼ ਸਿੰਘ ਸੰਘੇੜਾ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਸਾਹਿਬ। ਗੱਲ ਇਹ ਆ ਕਿ ਆਪਣੇ ਬਜ਼ੁਰਗ ਤੇ ਮਾਤਾਵਾਂ ਠੰਡ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਬੈਠੇ ਆ, ਉਹ ਇਸੇ ਕਰਕੇ ਕਿ ਕਮ ਸੇ ਕਮ ਕਿਸੇ ਦੇ ਸਿਰ ਤੇ ਜੂੰ ਤਾਂ ਸਰਕੇ, ਜਦ ਤੱਕ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਉਹਨਾਂ ਚਿਰ ਤੁਹਾਡੀ ਤਕਲੀਫ ਕੋਈ ਸੁਣਦਾ ਨਹੀਂ। ਔਰ ਜਿਨ੍ਹਾਂ ਬੰਦਿਆਂ ਲਈ 5-7 ਦੇ ਲਈ ਪੂਰੇ ਹਿੰਦੁਸਤਾਨ ਦਾ ਬੇੜਾ ਗਰਕ ਕਰ ਰਿਹਾ ਮੋਦੀ, ਜੇ ਅਸੀਂ ਉਹਨਾਂ ਦੇ ਕਿਉਂਕਿ ਇਹਦੇ ਵਿੱਚ ਕੱਲਾ ਜਿਹੜਾ ਕਿਸਾਨ ਜਾਂ ਕੱਲਾ ਕੋਈ ਸਿੱਖ ਇਹ ਜਾਂ ਕੱਲਾ ਪੰਜਾਬ ਨਹੀਂ, ਪੂਰੇ ਹਿੰਦੁਸਤਾਨ ਦਾ ਕਿਸਾਨ ਖੜਾ। ਔਰ ਉਹਦੇ ਵਿੱਚ ਹਿੰਦੂ, ਮੁਸਲਮਾਨ ਤੇ ਸਿੱਖ ਜਿੰਨੇ ਵੀ ਸਾਰੇ ਆਪਾਂ ਆਉਂਦੇ ਆ। ਸਾਡਾ ਕਿਸੇ ਕੌਮ ਦੇ ਨਾਲ ਕੋਈ ਨਫ਼ਰਤ ਵਾਲੀ ਗੱਲ ਨਹੀਂ, ਅਸੀਂ ਸਾਰਿਆਂ ਨੂੰ ਪਿਆਰ ਕਰਨ ਵਾਲੇ ਆ। ਪਰ ਸਾਡਾ ਜਿਹੜਾ ਲੜਾਈ ਆ ਉਹ 5-4 ਸਰਮਾਏਦਾਰਾਂ ਤੇ ਸਰਕਾਰ ਦੇ ਨਾਲ ਆ। ਜੇ ਉਹ ਜਿਹੜੇ ਸਰਮਾਏਦਾਰ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਊਗੀ ਤੇ ਸਾਡਾ ਸੰਘਰਸ਼ ਜਿੰਨਾ ਮਰਜ਼ੀ ਲੰਮਾ ਹੋ ਜਾਏ ਕਿਸੇ ਨੇ ਸਾਡੀ ਸੁਣਨੀ ਨਹੀਂ। ਤੇ ਸਾਨੂੰ ਜਿੱਥੇ ਵੀ ਦੁਨੀਆ 'ਚ ਅਸੀਂ ਬੈਠੇ ਆ, ਇਹ ਮੁਜ਼ਾਹਰੇ ਕਰਨ ਦਾ ਵੀ ਬਾਹਰ ਆਪਣਾ ਤਾਂ ਹੀ ਕੋਈ ਫਾਇਦਾ ਕਿ ਉਹਨਾਂ ਨੂੰ ਕੋਈ ਨਾ ਕੋਈ ਤਕਲੀਫ ਹੋਵੇ। ਉਹਨਾਂ ਦਾ ਜਿੱਥੇ ਵੀ ਨਾਲੇ ਇਹ ਸਾਹ ਕਰਕੇ ਜਿਹੜੇ ਪਖੰਡੀ ਏਦਾਂ ਦੇ, ਜਿਹਨੇ ਕਿਸਾਨਾਂ ਦੇ ਕੋਲੋਂ ਉਹੀ ਚੀਜ਼ਾਂ ਖਰੀਦ ਕੇ ਉਹਨੂੰ ਆਪਣੀਆਂ ਬਣਾ ਕੇ ਉਹ ਮੋਹਰਾਂ ਲਾ ਕੇ 100 ਗੁਣਾ ਕੀਮਤ ਵਧਾ ਕੇ ਵੇਚੀ ਜਾਂਦਾ। ਸਾਨੂੰ ਅੱਖਾਂ ਖੋਲਣੀਆਂ ਚਾਹੀਦੀਆਂ ਤੇ ਸਾਨੂੰ ਵਾਕਿਆ ਉਹਨਾਂ ਦਾ ਜੇ ਸਾਥ ਦੇਣਾ ਤੇ ਜਿੱਥੇ ਵੀ ਬੈਠੇ ਆ ਕੋਈ ਵੀ ਜਿਹੜੀ ਉਹਨਾਂ ਦੀ ਚੀਜ਼ ਆ ਸਾਨੂੰ ਹਰ ਇੱਕ ਚੀਜ਼ ਦਾ ਬਾਈਕਾਟ ਕਰਨਾ ਚਾਹੀਦਾ। ਧੰਨਵਾਦ ਜੀ। ਜਸਵੀਰ ਸਿੰਘ, ਲਾਈਨ ਨੰਬਰ 3। ਧੰਨਵਾਦ ਸਰਦਾਰ ਜੀ। ਮੈਂ ਤਾਂ ਬਹੁਤੇ ਜਿਹੜੀ ਤੁਸੀਂ ਵਿਚਾਰ ਦਿੱਤੇ ਨੇ ਸਰਦਾਰ ਹੋਣੀ ਕਹਿ ਕੇ ਗਏ ਨੇ, ਬਿਲਕੁਲ ਹਮਾਇਤ 'ਚ ਹਾਂ। ਪਹਿਲੀ ਗੱਲ ਤਾਂ ਜਿਹੜੇ ਮੈਂ ਲੋਕ ਅਪੀਲ ਕਰਦਾ ਇੱਥੇ, ਜਿਹੜੇ ਵੀ ਜਾਣਕਾਰ ਸੱਜਣ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਐਕਟਿਵ ਨੇ, ਉਹ ਇਹ ਆਇਡੈਂਟੀਫਾਈ ਕਰੋ ਕਿ ਇਹ ਜਿਹੜੇ ਸਰਮਾਏਦਾਰਾਂ ਨੇ ਸਾਡੇ ਸੰਘ 'ਚ ਦਮ ਲਿਆਂਦਾ, ਅਡਾਨੀ ਅਬਾਨੀ ਵਰਗਿਆਂ ਨੇ, ਇਹਨਾਂ ਦੇ ਕਿਹੜੇ ਪ੍ਰੋਡਕਟ ਨੇ ਜਿਹੜੇ ਅਸੀਂ ਇੱਥੇ ਚੇਤ ਅਚੇਤ ਮਨ ਦੇ ਨਾਲ ਵਰਤ ਰਹੇ ਹਾਂ। ਦੂਸਰੀ ਗੱਲ ਇੱਕ ਹੋਰ ਆ, ਸਾਨੂੰ ਪੋਜ਼ਿਟਿਵ ਜਾਂ ਜਿਵੇਂ ਅਸੀਂ ਚੜ੍ਹਦੀ ਕਲਾ ਕਹਿੰਦੇ ਆ ਨਾ, ਉਹ 'ਚ ਰਹਿਣ ਦੀ ਲੋੜ ਆ, ਨਾ ਕਿ ਅਸੀਂ ਆਪਣੀ ਹੀਨ ਭਾਵਨਾ ਦੇ ਵਿੱਚ ਹੀ ਡਰਦੇ ਰਹੀਏ ਕਿ ਜੀ ਸਾਨੂੰ ਇਉਂ ਨਹੀਂ ਕਰਨਾ ਚਾਹੀਦਾ, ਉਹ ਕੀ ਸੋਚਣਗੇ। ਹੁਣ ਤੁਸੀਂ ਦੇਖੋ ਜਦੋਂ ਮੋਰਚਾ ਲੱਗਿਆ, ਬਹੁਤ ਗਿਣਤੀ ਮੀਡੀਆ ਔਰ ਬਹੁਤ ਗਿਣਤੀ ਜਿਹੜੇ ਇਹ ਲੋਕ ਇਹਨਾਂ ਨੂੰ ਹਮਾਇਤ ਕਰਦੇ ਨੇ, ਉਹ ਲੋਕਾਂ ਨੂੰ ਹਾਲਾਂਕਿ ਉੱਥੇ ਉਹਦਾ ਕੋਈ ਲੈਣਾ ਦੇਣਾ ਨਹੀਂ, ਇਹ ਜੀ ਖਾਲਿਸਤਾਨੀ ਨੇ, ਇਹ ਜੀ ਅੱਤਵਾਦੀ ਨੇ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ 2% ਲੋਕ ਇਹ ਕਿਉਂ ਸੋਚਦੇ ਨੇ ਕਿ ਜੀ ਉਹ ਕਿਤੇ ਬੁਰਾ ਨਾ ਮੰਨਣ, ਉਹ ਜਿਹੜੇ ਮੈਜੋਰਟੀ ਦੇ ਵਿੱਚ ਬੈਠੇ ਨੇ ਉਹ ਛਲ ਲਾਈ ਜਾਂਦੇ ਨੇ। ਆਪਣੇ ਆਪ ਤੇ ਮਾਣ ਕਰਨਾ ਸਿੱਖੀਏ। ਅਸੀਂ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ, ਸਾਡਾ ਧਰਮ ਸਾਨੂੰ ਸਰਬੱਤ ਦੀ ਗੱਲ ਕਰਨ ਦੀ ਜਾਂਚ ਸਿਖਾਉਂਦਾ। ਅਸੀਂ ਕਮਿਊਨਿਟੀ ਦੇ ਪਰ ਹਾਂ, ਜਿਹੜੇ ਲੋਕ ਕਿਸੇ ਕਮਿਊਨਿਟੀ ਨਾਲ ਸੰਬੰਧਿਤ ਹੋ ਕੇ ਮਨੁੱਖਵਾਦੀ ਨਹੀਂ ਹੈਗੇ, ਮਨੁੱਖਾਂ ਦੇ ਖਿਲਾਫ ਨੇ, ਉਹਨਾਂ ਦੇ ਖਿਲਾਫ ਤਾਂ ਜੁਰਤ ਨਾਲ ਖੜਾ ਹੋਣ ਦੀ ਗੱਲ ਆ। ਇਹ ਹੀਨ ਭਾਵਨਾ ਸਾਨੂੰ ਕੱਢਣੀ ਚਾਹੀਦੀ ਆ। ਇਹ ਨਿਸ਼ਾਨੀ ਹੈ ਕਿ ਸਾਨੂੰ ਮਾਨਸਿਕ ਤੌਰ ਤੇ ਗੁਲਾਮੀ ਵਿੱਚ ਧੱਕਿਆ ਹੋਇਆ। ਮਿਹਰਬਾਨੀ ਸਰਦਾਰ ਜੀ। ਧੰਨਵਾਦ ਜੀ।
ਆਖਰੀ ਕਾਲਰ ਸਰ ਜਸਵਿੰਦਰ ਸਿੰਘ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਇਹਨਾਂ ਦਾ ਬਾਈਕਾਟ ਤੇ ਅਡਾਨੀ ਅਬਾਨੀ ਦਾ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੂੰ ਸੇਕ ਲੱਗੀ। ਪਰ ਦੂਜੀ ਗੱਲ ਇਹ ਆ ਕਿ ਜਿਹੜਾ ਇਹਨਾਂ ਨੂੰ ਪ੍ਰਮੋਟ ਕਰਦਾ ਮੋਦੀ, ਉਹਨੂੰ ਖਤਮ ਕਰਨਾ ਚਾਹੀਦਾ ਹਰ ਹਾਲਤ ਦੇ ਵਿੱਚ। ਅਮਿਤ ਸ਼ਾਹ ਤੇ ਮੋਦੀ ਨੂੰ ਜਿਹੜਾ ਉਹ ਮੈਂ ਦੂਜੇ ਤਰੀਕੇ ਨਾਲ ਕਹਿੰਦਾ ਕਿ EVM ਦੀ ਉਪਜ ਨੇ ਇਹ ਦੋਵੇਂ ਜਣੇ। ਇਹਨਾਂ ਨੇ ਵੋਟਾਂ ਲੈ ਕੇ ਇਹਨਾਂ ਨੂੰ ਪਹਿਲੀ ਵਾਰੀ ਤੇ ਲੋਕਾਂ ਨੇ ਸ਼ਾਇਦ ਕਰਤਾ ਹੋਵੇ, ਤੇ ਦੂਜੀ ਵਾਰੀ ਸਾਹਿਬ EVM ਨਾਲ ਇਹਨਾਂ ਨੇ ਸਾਰਾ ਇਹ ਆਏ ਨੇ। ਔਰ EVM ਨੂੰ ਵੀ ਮੁਹਿੰਮ ਛੇੜਨੀ ਚਾਹੀਦੀ। EVM ਖਤਮ ਹੋਵੇ ਤੇ ਬੈਲਟ ਪੇਪਰ ਤੇ ਚੋਣ ਹੋਵੇ ਅਮਰੀਕਾ ਤੇ ਕੈਨੇਡਾ ਵਾਂਗੂ, ਤੇ ਜ਼ਿੰਦਗੀ 'ਚ ਕਦੀ ਮੋਦੀ ਕਿਤੇ ਅੱਗੇ ਆ ਹੀ ਨਹੀਂ ਸਕਦਾ। ਥੈਂਕ ਯੂ। ਧੰਨਵਾਦ ਜੀ। ਗੱਲ ਦੇ ਅਖੀਰ 'ਚ ਮੈਂ ਇਹ ਗੱਲ ਦੱਸਾਂ, ਜਿਵੇਂ ਸਰ ਜਸਵੀਰ ਸਿੰਘ ਹੋਣੀ ਕਹਿ ਜਾਂਦੇ, ਅਸੀਂ ਹੀਣਤਾ ਚਾਹੁੰਦੇ ਹਾਂ। ਅਸੀਂ ਨਾ ਕਦੇ ਕਦੇ ਜੇ ਸਿੱਖ ਆਪਣੀ ਗੱਲ ਦੀ ਮਾਣ ਦੇ ਨਾਲ ਕਹੇ ਵੀ ਮੈਂ ਆਪਣੇ ਧਰਮ ਦਾ ਤਿਆਰ ਕਰਦਾ, ਉਹਨੂੰ ਏਕਤਾ ਦਾ ਬੜਾ ਫਿਕਰ ਪੈਂਦਾ। ਜੇ ਉਹ ਫਲਾਣਾ ਕੀ ਕਹੂ, ਹਰ ਇੱਕ ਬੰਦਾ ਆਪਣੇ ਧਰਮ ਦੀ ਗੱਲ ਕਰਦਾ। ਸਿੱਖ ਤਾਂ ਨਹੀਂ ਕਦੇ ਕਹਿੰਦਾ ਵੀ ਮੇਰੀ ਏਕਤਾ ਤੇਰੇ ਨਾਲ ਟੁੱਟਦੀ ਹੈ, ਤੂੰ ਆਪਣੇ ਧਰਮ ਦੀ ਗੱਲ ਕਰੇਗਾ। ਹੁਣ ਜਿਹੜਾ ਬੰਦੇ ਬੈਠੇ ਆ 20 ਕਿਲੋਮੀਟਰ 'ਚ ਤੇ 21 ਉਹਦੇ 'ਚੋਂ ਸ਼ਹੀਦ ਹੋ ਗਏ, 15 ਸਾਲ ਦੇ 16 ਆ। ਇੱਕ ਮੈਂ ਫੇਸਬੁੱਕ ਤੇ ਸਾਂਝਾ ਕੀਤਾ ਫੋਟੋ, ਵੇਖਿਓ ਕਿੰਨਾ ਸੁਨੱਖਾ ਮੁੰਡਾ ਹੈ। ਤੇ ਪਿੰਡ ਮੱਕੋਵਾਲ ਕਾਠਗੜ੍ਹ ਦੇ ਨੇੜੇ ਜਗਤਾਰ ਸਿੰਘ ਦਾ ਮੁੰਡਾ, ਕਾਕਾ ਹਰਪ੍ਰੀਤ ਸਿੰਘ, ਉਹ ਆਉਂਦੇ ਐਕਸੀਡੈਂਟ ਹੋ ਗਿਆ, ਆਪਣੇ ਟਰੈਕਟਰ ਟਰਾਲੀ ਦਾ ਮੁੰਡੇ ਦੀ ਮੌਤ ਹੋ ਗਈ। ਇੱਕ ਜਿਹੜਾ ਪਟਿਆਲੇ ਕੋਲ ਮਰਿਆ, 2 ਘਰਾਂ ਦਾ ਇੱਕੋ ਹੀ ਪੁੱਤ ਸੀ। ਉਹ ਵੀ ਸਿੰਬੋਲਿਕ ਹੀ ਬੈਠੇ ਨੇ ਉੱਥੇ। ਉਹ ਕਿਹੜਾ ਉੱਥੇ ਛਵੀਆਂ ਲਈ ਬੈਠੇ ਨੇ? ਫਿਰ ਤਾਂ ਉਹਦੇ ਨਾਲ ਵੀ ਸਾਨੂੰ ਹੀਣਤਾ ਆਉਣੀ ਚਾਹੀਦੀ ਵੀ ਉਹ ਉੱਥੇ ਕਿਉਂ ਬੈਠ ਗਿਆ। ਕਿਉਂ ਨਾ ਉਹਨਾਂ ਦੀ ਚੀਜ਼ਾਂ ਦਾ ਬਾਈਕਾਟ ਅਸੀਂ ਕਰੀਏ? ਕਾਹਦੇ ਲਈ ਨਾ ਕਰੀਏ? ਅਸੀਂ ਹਜ਼ਾਰੇ ਦੀ ਦਾਸਤਾਂ ਹੋ, ਹਜ਼ਾਰੇ ਤੇ ਸਾਰਾ ਆਪਣਾ ਦੇਸ਼ ਖੜਾ। ਭਾਖੜਾ ਜਿਹੜਾ ਹੈ ਸਾਡੇ ਨਾਲ ਬਰਬਾਦੀ ਦਾ ਕਾਰਨ, ਭਾਖੜਾ ਪੰਜਾਬ ਦਾ। ਅਨੰਦਪੁਰ ਸਾਹਿਬ ਦੇ ਮਤੇ ਦੀਆਂ ਉਹ ਗੱਲਾਂ ਨੇ ਜਿਹਦੇ ਵਿੱਚ ਵੱਧ ਅਧਿਕਾਰਾਂ ਦੇ ਵਿੱਚ ਆਉਂਦੀਆਂ ਨੇ ਕਹਾਣੀਆਂ। ਉਹ ਕਈ ਵਾਰ ਸਾਨੂੰ ਉਲਟ ਪ੍ਰਭਾਵ ਹੋ ਜਾਂਦਾ। ਸਾਨੂੰ ਹਰ ਇੱਕ ਚੀਜ਼ ਇਉਂ ਲੱਗਦੀ ਆ ਵੀ ਅਸੀਂ ਹੀਣਤਾ 'ਚ। ਆਪਣਾ ਬਲ ਜਿਹੜਾ ਆਪਣੇ ਆਪ ਰੱਖਣਾ ਚਾਹੀਦਾ। ਕੋਈ ਵੀ ਚੀਜ਼, ਇਹ ਤੁਹਾਡਾ ਮੇਰਾ ਸੁਨੇਹਾ ਨਹੀਂ ਹੈ, ਇਹ ਉੱਥੋਂ ਆਇਆ ਸੁਨੇਹਾ। ਉਹਨਾਂ ਨੇ ਕਿਹਾ ਬਾਈਕਾਟ ਅਸੀਂ ਪੰਜਾਬ 'ਚ ਕਰਦੇ ਹਾਂ, ਬਾਹਰਲੇ ਤੁਹਾਡੇ ਬਾਹਰ ਦੀ ਤਪਸ਼ ਕਰਕੇ ਹੀ ਉਹਨਾਂ ਤੇ ਹਲੇ ਤੱਕ ਕੁਝ ਨਹੀਂ ਹੋਇਆ। ਦੁਨੀਆ ਜਿਹੜੇ ਤੁਸੀਂ ਬੈਠੇ ਹੋ, ਫਿਰ ਤਾਂ ਜਿਹੜਾ ਇੱਥੇ, ਫਿਰ ਦੂਜਾ ਗੱਲ ਕਰੇ ਇੱਥੇ ਹੁਣ ਕਹਿੰਦੇ ਹੀ ਨੇ ਵਿਰੋਧ ਵਾਲੇ ਵੀ ਇੱਥੇ ਕਾਹਨੂੰ ਤੁਸੀਂ ਸੜਕਾਂ ਘੇਰਦੇ ਹੋ ਬਈ, ਇੱਥੇ ਕੀ ਕਰੋਗੇ? ਪੰਜਾਬ ਦੇ ਸੰਘਰਸ਼ ਦੀ ਗੱਲ, ਸਿੱਖਾਂ ਦੀ ਗੱਲ ਬਹੁਤ ਕਹਿੰਦੇ ਆ, ਇੱਥੇ ਜਾ ਕੇ ਉੱਥੇ ਕਰੋ, ਇੱਥੇ ਕਿਉਂ ਕਰਦੇ ਹੋ? ਉਹ ਵਿਰੋਧ ਵਾਲੇ ਨੇ ਜਿਹੜੇ ਇਹੋ ਜਿਹਾ ਕੁਛ ਕਰਦੇ ਨੇ। ਆ ਸ਼ਬਦਾਂ ਦਾ ਫੇਰ ਬਦਲ, ਸ਼ਬਦ ਵਧੀਆ ਗੱਲ ਕਰਕੇ ਥੋੜਾ ਜਿਹਾ ਆਪਣੇ ਆਪ ਨੂੰ ਅਸੀਂ ਸੋਚੀਏ ਕਿ ਅਸੀਂ ਇੱਕ ਇੱਥੇ ਹੈਗੇ ਨੇ 70-75 ਸਾਲਾਂ ਦੇ ਬਜ਼ੁਰਗ ਆਪਣੇ। ਇੱਕ ਕੰਮ ਕਰਿਓ ਅੱਜ, ਉਹਨਾਂ ਦੇ ਘਰ ਰੂਮ ਦੀ ਹੀਟ ਬੰਦ ਕਰਕੇ ਸਲਾ ਕੇ ਵੇਖਿਓ ਉਹਨਾਂ ਨੂੰ। ਅੱਜ ਨਾਲੇ ਕੰਬਲ ਨੇ, ਨਾਲੇ ਥੱਲੇ ਗੱਦੇ ਨੇ। ਉੱਥੇ 80-80 ਸਾਲ ਦੇ ਜਿਹੜੇ ਬੈਠੇ ਨੇ, ਉਹਨਾਂ ਕੋਲ ਹੀਟ ਨਹੀਂ ਹੈ। ਧਰਤੀ ਤੇ ਲਾਏ ਹੋਏ ਨੇ, ਥੋੜੇ ਬਹੁਤੇ ਗਦਾਈਲੇ ਜੇ ਹੋਣਗੇ। ਤੇ ਟਰਾਲੀਆਂ ਰਾਤ ਨੂੰ ਠੰਡੀਆਂ, ਯੱਖ ਹੋ ਜਾਂਦਾ ਲੋਹਾ। 6 ਡਿਗਰੀ ਬਹੁਤ ਠੰਡ ਹੈ ਉਸ ਕਿਤੇ 'ਚ। 6 ਬਹੁਤ ਠੰਡ ਹੈ, 5-6 ਡਿਗਰੀ। ਰਹਿੰਦੇ ਕਿਵੇਂ? ਦੇਖੋ ਤਾਂ ਸਹੀ। ਸਾਨੂੰ ਇੱਥੇ ਏਕਤਾ, ਸਾਨੂੰ ਹੇਟ ਕ੍ਰਾਈਮ, ਸਾਨੂੰ ਇਹ ਚੀਜ਼ਾਂ ਦਾ ਸਾਨੂੰ ਫਿਕਰ ਪਿਆ। ਮਨ ਤੇ ਕਈ ਵਾਰ ਪ੍ਰਭਾਵ ਹੁੰਦਾ, ਉਹ ਪ੍ਰਭਾਵ ਤੋਂ ਮੁਕਤ ਹੋਣਾ ਚਾਹੀਦਾ। ਜਾਂ ਨਾਲ ਖੜ ਜਾਈਏ ਜਾਂ ਆਪੋਜੀਸ਼ਨ 'ਚ ਹੋ ਜਾਈਏ। ਬਸ ਇਹ 'ਚ ਤਾਂ ਗੱਲਾਂ ਹੀ ਦੋ ਨੇ। ਉਹ ਕੀ ਕਹਿੰਦੇ ਨੇ ਜਾ ਕੇ? ਉਹ ਕਹਿੰਦੇ ਨੇ ਜਾਂ ਹਾਂ ਕਰ ਲਓ ਜਾਂ ਨਾ ਕਰ ਲਓ, ਦੂਜੀ ਗੱਲ ਨਹੀਂ ਹੈ ਸਾਡੇ। ਮੇਰੇ ਖਿਆਲ ਕਈ ਵਾਰ ਅਸੀਂ ਸਾਡੇ ਮਨ ਦੇ ਵਿੱਚ ਬਹੁਤ ਦੁੱਖ ਹੈ ਇਸ ਗੱਲ ਦਾ। ਦੁੱਖ ਤਾਂ ਹੈ, ਪਰ ਅਸੀਂ ਉਸ ਨੂੰ ਐਕਸਪ੍ਰੈਸ ਨਹੀਂ ਕਰਨਾ ਚਾਹੁੰਦੇ। ਅਸੀਂ ਬਹੁਤ ਲੌਂਗ ਟਰਮ ਜਾ ਕੇ ਸੋਚਣ ਦੀ ਗੱਲ ਕਰਦੇ ਆ ਵੀ ਅੱਛਾ ਇਹਦੇ ਨਾਲ ਆਹ ਨਾ ਹੋ ਜੇ, ਇਹਦੇ ਨਾਲ ਆਹ ਨਾ ਹੋ ਜੇ। ਦੇਖੋ ਤਾਂ ਸਹੀ, 21 ਦੇ 2.5 ਏਕੜ ਵਾਲਾ 1.5 ਏਕੜ ਵਾਲਾ ਮਾਲਕ ਨੇ ਬਣਨਾ ਕੀ ਆ, ਜ਼ਿੰਦਗੀ ਕਿਵੇਂ ਗੁਜ਼ਰਨੀ ਆ। ਇਹ ਸੰਘਰਸ਼ ਮੁੱਕ ਜਾਣਾ, ਮਹੀਨੇ ਨੂੰ ਮੁੱਕ ਜੂ, 2 ਨੂੰ। ਉਹ ਘਰਾਂ ਦਾ ਸੋਚਿਓ, 21 ਜਿਹੜੇ ਪਰਿਵਾਰ ਨੇ ਉਹਨਾਂ ਨੇ ਜ਼ਿੰਦਗੀ ਕਿਵੇਂ ਕੱਢਣੀ। ਭਾਰਤ ਸੰਦੇਸ਼ ਵਾਪਸ ਆਉਣਾ। ਉਹਦੀਆਂ ਕਾਲੀਆਂ ਰਾਤਾਂ ਇਸ ਲੜੀ ਦੇ ਅਧੀਨ ਅੱਜ ਪਹਿਲੀ ਸੈਗਮੈਂਟ ਮੈਂ ਤੁਹਾਡੇ ਸਨਮੁਖ ਕਰ ਰਿਹਾ। ਗੁਰੂ ਪਾਤਸ਼ਾਹ ਕਿਰਪਾ ਕਰੇ ਸਾਹਿਬ ਦੇ ਇਹਨਾਂ ਵੱਡਿਆਂ ਦਿਨਾਂ ਦੀ ਗੱਲ ਅਸੀਂ ਕਰ ਸਕੀਏ। ਤੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ, ਇੱਕ ਜਿਹੜੇ ਪੜ੍ਹ ਸਕਦੇ
ਜਿਹੜੇ ਸੁਣਦੇ ਆ ਬੜੇ ਬਜ਼ੁਰਗ ਨੇ, ਉਹਨਾਂ ਜਿਹੜੇ ਪੜ੍ਹ ਨਹੀਂ ਸਕਦੇ, ਕੰਪਿਊਟਰ ਨਹੀਂ ਚਲਾ ਸਕਦੇ, ਉਹ ਤਾਂ ਉਹਨਾਂ ਦੀ ਕੋਈ ਗੱਲ ਨਹੀਂ। ਜਿਹੜੇ ਬਾਕੀ ਹੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਇਤਿਹਾਸ ਨੂੰ ਪੜ੍ਹੋ। ਆਪਾਂ ਹਰ ਸਾਲ ਜੂਨ ਨਵੰਬਰ ਤੇ ਇਹ ਦਿਨ ਇਹਨਾਂ ਨੂੰ ਹਫਤਾ ਆਪਾਂ ਗੱਲਬਾਤ ਕਰਦੇ ਹਾਂ ਪੂਰਾ। ਅਗਲੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 5 ਦਿਨ। ਸ਼ੁੱਕਰਵਾਰ 25 ਤਰੀਕ ਦੀ ਕ੍ਰਿਸਮਸ ਹੈ, ਉਦਣ ਛੁੱਟੀ ਹੈ। 4 ਦਿਨ ਅਗਲੇ ਆਪਾਂ ਇਸ ਤੇ ਗੱਲ ਕਰਨੀ। 6 ਪੋਹ ਦੀ ਰਾਤ ਹੈ। ਹੁਣ 6 ਪੋਹ ਦਾ ਸਵੇਰ ਉੱਥੇ ਅੰਮ੍ਰਿਤ ਵੇਲਾ ਹੋਣ ਜਾ ਰਿਹਾ। ਹੁਣ ਸੋਚ ਉੱਥੇ ਲੈ ਕੇ ਜਾਣ ਦੀ ਗੱਲ ਆ, ਫੀਲ ਕਰਨ ਦੀ ਗੱਲ ਆ, ਮਹਿਸੂਸ ਕਰਨ ਦੀ ਗੱਲ ਆ। ਮੇਰੇ ਦੱਸਣ ਦਾ ਤਾਂ ਫਾਇਦਾ, ਮੈਂ ਵੀ ਕਰਨੀ ਆ ਤੁਹਾਡੇ ਵਾਂਗੂ ਹੀ। ਅੱਖਾਂ ਮੀਚ ਕੇ ਇਹ ਮਹਿਸੂਸ ਕਰਿਓ ਬਈ ਝੂਠੀਆਂ ਸੌਹਾਂ ਨਰੰਗੇ ਪਾਪੀ ਵੱਲੋਂ ਭੇਜੀਆਂ ਹੋਈਆਂ ਉਹਦੀਆਂ ਸੌਹਾਂ ਤੇ ਨਾਲ ਘੇਰਾ ਜਿਹੜਾ ਪਿਆ ਹੋਇਆ, ਉਹ ਘੇਰੇ ਦੇ ਵਿੱਚ ਬਚਿੱਤਰ ਸਿੰਘ ਉਹਨਾਂ ਨੇ ਮਸਤ ਹਾਥੀ ਜਿਹੜਾ ਹੁੰਡਿਆ ਤੇ ਉਹ ਨਾਗਣੀ ਹਲੇ ਵੀ ਯੋਧੇ ਦੀ ਅਕਾਲ ਪਈ ਹੈ ਅਨੰਦਪੁਰ ਸਾਹਿਬ। ਜਦ ਉੱਥੇ ਤੁਸੀਂ ਜਾਂਦੇ ਹੋ ਕੇਸਗੜ੍ਹ ਸਾਹਿਬ ਉਸ ਜਗ੍ਹਾ ਤੇ, ਉੱਥੇ ਮਹਿਸੂਸ ਕਰਿਓ ਜਾ ਕੇ ਜਗ੍ਹਾ ਕਹਿ ਜੀ। ਥੱਲੇ ਚੜਾਈ ਚੜ ਜਾਂਦੇ, ਉੱਪਰ ਚਲੇ ਜਾਂਦੇ ਹੋ, ਅੰਦਰ ਪੌੜੀਆਂ ਚੜ ਜਾਂਦੇ ਹੋ, ਵਿੱਚ ਚਲੇ ਜਾਂਦੇ ਹੋ ਗੁਰਦੁਆਰਾ ਸਾਹਿਬ ਦੇ, ਤਾਂ ਕੀ ਮਹਿਸੂਸ ਕਰਦੇ ਹੋ? ਉਹਦੇ ਨਾਲ ਇਹ ਕਿਲ੍ਹਾ ਆਨੰਦਪੁਰ ਹੈ ਤੇ ਜਿੱਥੇ ਆਲੇ ਦੁਆਲੇ ਬਣਾਏ ਕਿਲ੍ਹਿਆਂ ਦੇ ਵਿੱਚੋਂ ਇੱਕ ਕਿਲ੍ਹਾ ਹੈ, ਉਹਦੇ ਵਿੱਚ ਵਰਦੀ ਸਾਰ ਇੱਕ ਕਮਰਾ ਹੈ। ਉਸ ਕਮਰੇ ਦੇ ਵਿੱਚੋਂ ਸਾਹਿਬ ਨੇ 1699 ਦੇ ਵਿੱਚ ਚਿੱਠੀਆਂ ਸਾਰੇ ਭਾਰਤ 'ਚ ਭੇਜੀਆਂ ਤੇ ਨਕਸ਼ੇ ਉਹਦੀ ਕੰਧਾਂ ਤੇ ਬਣਾਏ ਹੋਏ ਸੀ। ਵਿਦਵਾਨ ਮੈਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਪਕੜ ਸੀ ਇਤਿਹਾਸ ਤੇ, ਸੰਤ ਲੂਲੋ ਵਾਲੇ, ਉਹਨਾਂ ਨੂੰ ਮੈਂ ਪਿੰਡ ਸੁਣਿਆ ਸੀ 1980-81 ਚੋਂ ਪਿੰਡ ਆਉਂਦੇ ਹੁੰਦੇ ਸੀ ਮੈਂ ਜਦ ਦੀ ਗੱਲ। ਕਹਿੰਦੇ ਉਹ ਹੁਣ ਢਾਹ ਦਿੱਤਾ ਤੇ ਉੱਥੋਂ ਆਪ ਵਸਾਇਆ ਹੋਇਆ ਪਿਤਾ ਜੀ ਦਾ ਨਗਰ, ਆਪ ਪੈਸੇ ਦੇ ਕੇ ਖਰੀਦਿਆ ਹੋਇਆ ਮਾਖੋਵਾਲ ਅੱਜ ਛੱਡਣ ਦੀ ਤਿਆਰੀ ਹੋ ਰਹੀ ਹੈ। ਭਰ ਕੇ ਜਿਹੜੇ ਮਲਬੇ ਤੇ ਖੱਚਰਾਂ ਤੇ ਉਹ ਇੱਕ ਵਾਰ ਵੇਖ ਲਿਆ, ਫੌਜ ਟੁੱਟ ਕੇ ਪੈ ਗਈ ਦੁਬਾਰਾ। ਨਾਲੇ ਉਹ ਸਾਹਿਬ ਨੂੰ ਜਿਹੜਾ ਦੀਨ ਦੁਨੀਆ ਦਾ ਮਾਲਕ ਉਹਨੂੰ ਪਤਾ ਸੀ ਕੀ ਹੋਣਾ, ਪਰ ਇਹ ਫਿਰਕੀ ਦੇ ਵਿੱਚ ਵੀ ਪਰਿਵਾਰ ਤੇ ਪਤਾ ਸੀ ਆਉਣ ਵਾਲੇ ਹਫ਼ਤਾ ਕੀ ਹੋਣਾ। ਕਲਾਕਾਰ ਜਿਹੜੇ ਜੱਗ ਦੇ ਵਿੱਚ ਆਉਂਦੇ ਨੇ, ਆਪ ਪ੍ਰਤੱਖ ਹਰ ਨੇ, ਜਿਹੜੇ ਗੁਰੂ ਅਰਜਨ ਪ੍ਰਤੱਖ ਹਰ, ਉਹ ਪਰਦਾਦੇ ਨੂੰ ਜਦ ਪਤਾ ਸੀ, ਜਿਹੜਾ ਪਰਦਾਦਾ ਆਪ ਪ੍ਰਤੱਖ ਬਣ ਕੇ ਆਪ ਰੱਬ ਬਣ ਕੇ ਬੌੜਿਆ, ਉਸਦੇ ਪੜਪੋਤੇ ਨੂੰ ਪਤਾ ਸੀ ਕਿ ਕੀ ਹੋਣਾ, ਕਿਵੇਂ ਇੱਥੋਂ ਨਿਕਲਣਾ, ਕਿਵੇਂ ਸ਼ਹੀਦੀਆਂ ਹੋਣੀਆਂ ਨੇ, ਕਿਵੇਂ ਸਾਰਾ ਕੁਝ ਵਾਰ ਕੇ ਪਿੰਡ ਦਾ ਸਰਾਣਾ ਲਾ ਕੇ ਮਾਛੀਵਾੜ ਦੇ ਜੰਗਲ 'ਚ ਜਾ ਕੇ ਫਿਰ ਵੀ ਇਹ ਕਹਿਣਾ ਵੀ ਯਾਰੜੇ ਦਾ ਸੱਥਰ ਚੰਗਾ, ਖੇੜਿਆਂ 'ਚ ਨਹੀਂ ਰਹਿਣਾ, ਪਰਾਈ ਜਗ੍ਹਾ ਦੇ ਵਿੱਚ ਨਹੀਂ ਰਹਿਣਾ, ਆਪਣੀ ਖੁਦਦਾਰੀ ਦੇ ਵਿੱਚ ਰਹਿਣਾ। ਬਾਦਸ਼ਾਹ ਦਰਵੇਸ਼ ਬਹੁਤ ਘੱਟ ਦੁਨੀਆ ਦੇ, ਜਾਂ ਬਾਦਸ਼ਾਹ ਜਾਂ ਦਰਵੇਸ਼ ਆ, ਬਾਦਸ਼ਾਹ ਦਰਵੇਸ਼ ਇੱਕੋ ਹੀ ਸ਼ਖਸੀਅਤ ਦੇ ਨਾਲ ਲੱਗਦਾ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਭਾਰਤ ਨੂੰ ਜਾਣਾ ਹੋਵੇ 10 ਦਿਨ ਪਹਿਲਾਂ ਉਹ ਟੈਚੀ ਹੋਏ, ਬੰਦ ਲਾਏ, ਕਰ ਲਾਏ, ਨਾਲੇ 20 ਦਿਨ 25 ਦਿਨ ਬਾਅਦ ਮੁੜੇ ਆਉਣਾ ਹੁੰਦਾ। ਸਾਰਾ ਕੁਝ ਬਣਿਆ ਜਿੱਥੇ ਪ੍ਰਸਾਦੀ ਹਾਥੀ ਹੈ, ਜਿੱਥੇ ਰਣਜੀਤ ਨਗਾਰੇ ਤੇ ਚੋਟਾਂ ਪੈਂਦੀਆਂ ਨੇ, ਜਿੱਥੇ ਆਲੇ ਦੁਆਲੇ ਗੁਲਾਮ ਦੁੱਕੀ ਦੇ ਬੰਦਿਆਂ ਨੂੰ ਜਿਹੜੇ ਆਉਂਦੇ ਸੀ, ਮਿਲਦੇ ਸੀ, ਚਾਹੇ ਉਹ ਪੌਂਟਾ ਸਾਹਿਬ ਦਾ ਹੋਵੇ ਯੁੱਧ ਤੇ ਜਾਂ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਪਹਾੜੀ ਰਾਜੇ ਹੋਣ, ਉਹਨਾਂ ਨੂੰ ਇਹੀ ਕਿਹਾ ਖੁਦਦਾਰੀ ਕਰੋ, ਖੁਦਦਾਰੀ ਕਰੋ, ਕਾਇਮ ਹੋਵੋ। ਔਰੰਗਜ਼ੇਬ ਕੀ ਕਹਿ ਲੂ, ਉਹ ਕਹਿਣ ਲੱਗਿਆ ਸੀ ਮਿਹਨਤ ਕਰਦਿਆਂ ਨਗਾਰੇ ਤੇ ਨਾ, ਚੋਟਾਂ ਲਾਓ, ਸੋਨੇ ਦੇ ਤੀਰ ਨਾ,
ਮੜੋ ਨਾ ਕਲਗੀਆਂ ਲਾਓ, ਕਹਿੰਦੇ ਨਾਨਕ ਜੀ ਇਹ ਨਹੀਂ ਕਹਾਣੀ ਹੈ। ਨਹੀਂ, ਗੁਰੂ ਸਾਹਿਬ ਨੂੰ ਕੋਈ ਕੁਛ ਨਹੀਂ ਸੀ ਕਹਿ ਰਿਹਾ, ਜਿਵੇਂ ਬਾਕੀ ਰਾਜੇ ਰਹਿੰਦੇ ਸੀ, ਉਹ ਤਾਂ ਖਲਕਤ ਦਾ ਮਾਲਕ ਸੀ, ਉਹਨਾਂ ਨੂੰ ਕੀ ਕਹਿਣਾ ਸੀ ਕਿਸੇ ਨੂੰ। ਪਰ ਉਹ ਕਹਿੰਦੇ ਨਾ ਅਧੀਨਗੀ ਮੰਨਣੀ ਹੈ, ਨਾ ਅਧੀਨ ਕਿਸੇ ਨੂੰ ਕਰਨਾ। ਇਹ ਤਾਂ ਲਾਈਨ ਟੱਬਰ ਤਾਂ ਵੇਖ, ਪੜਦਾਦਾ ਸ਼ਹੀਦ ਹੈ, ਪਿਤਾ ਸ਼ਹੀਦ ਹੈ, ਦਾਦੇ ਨੇ ਭਗਤ ਤੇ ਸ਼ਕਤੀ ਇਕੱਠੀ ਕਰ ਦਿੱਤੀ ਹੈ, ਕੀ ਕਹਿੰਦੇ ਹੋ ਤੁਸੀਂ। ਅਖੀਰ ਸਮਾਂ ਆ ਗਿਆ ਜਦ ਘੇਰਾ ਇੰਨਾ ਹੋ ਗਿਆ ਤੇ ਫਿਰ ਛੱਡਣ ਦੀ ਗੱਲ ਜਿਹੜੀ ਆਈ ਦੁਆਰਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਸੇ ਤਰ੍ਹਾਂ ਹੀ ਫਿਰ ਜਿਹੜਾ ਕਿਲਾ ਛੱਡਿਆ ਸੀ, ਦੁਆਰਾ ਜਿਹੜਾ ਵਰੋਸਾ ਕੇ ਭੇਜਿਆ ਉੱਥੋਂ ਥਾਪੀ ਦੇ। ਨਹੀਂ ਤਾਂ ਇਹ ਜ਼ੁਲਮ ਦਾ ਨਾਸ ਜਿਹੜਾ ਜ਼ਫਰਨਾਮੇ ਨੇ ਔਰੰਗਜ਼ੇਬ ਮਾਰਿਆ, ਉਹਦੇ ਪੁੱਤ ਨੂੰ ਗੱਦੀ ਦੇਣ ਲਈ ਦੇਖੋ ਦੁਸ਼ਮਣੀ। ਅਸੀਂ ਕਹਿੰਦੇ ਨਾ ਕਈ ਵਾਰ ਸਾਡੇ ਮਨ 'ਚ ਭੁਲੇਖੇ ਪਏ ਨੇ, ਸਿੱਖ ਦੁਸ਼ਮਣਾ। ਸਿੱਖ ਕਿੱਥੇ ਦੁਸ਼ਮਣਾ? ਜਿਹਦੇ ਪਿਓ ਨੇ ਸਾਰਾ ਕੁਝ ਜਿਹੜਾ ਕਾਰਨ ਹੋਵੇ ਪਰਿਵਾਰ ਵਿਛੋੜਿਆਂ ਦਾ, ਪਰਿਵਾਰ ਦੀ ਸ਼ਹੀਦੀਆਂ ਦਾ, ਉਹਦੇ ਪੁੱਤ ਦੇ ਨੂੰ ਫੇਰ ਵੀ ਜਾ ਕੇ ਉਹਦੀ ਗੱਦੀ ਦਿਵਾਉਣ ਲਈ ਮਦਦ ਕੀਤੀ। ਉਹਦੇ ਜਾ ਕੇ ਮਹਿਲਾਂ ਦੇ ਵਿੱਚ, ਉਹਦੇ ਸ਼ਾਹੀ ਦਰਬਾਰ 'ਚ ਸਾਹਿਬ ਚੜੇ ਘੋੜੇ ਅੰਦਰ ਗਏ। ਸੋ ਇਹ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਸਾਹਿਬ ਨੇ ਛੱਡਿਆ ਤੇ ਉਹਨਾਂ ਵਰਗਾ ਜਰਨੈਲ, ਉਹਨਾਂ ਦੀ ਰਣਨੀਤੀ, ਉਹਨਾਂ ਦਾ ਮੈਦਾਨ ਨੂੰ ਆਪ ਚੁਣਨਾ ਵੀ ਜਿੱਥੇ ਮੈਂ ਜੰਗ ਲੜਨੀ ਹੈ। ਕਿ ਸਭ ਤੋਂ ਵੱਡੀ ਉਹਨਾਂ ਦੀ ਜ਼ਿੰਦਗੀ ਦੇ ਇਤਿਹਾਸ ਉਹਨਾਂ ਦਾ ਇਹ ਰਿਹਾ ਕਿ ਜੰਗ ਦੇ ਮੈਦਾਨ ਦੀ ਚੋਣ ਉਹ ਖੁਦ ਕਰ। ਬਾਬਾ ਬੰਦਾ ਬਹਾਦਰ ਵੀ ਇਸ ਤਰ੍ਹਾਂ ਹੀ ਕਰਦਾ ਰਿਹਾ, ਯੋਧੇ ਵੀ ਆਪ ਕਰਦੇ ਰਹੇ। ਹੁਣ ਦੇ ਸਮੇਂ ਵੀ ਜਦ ਦੇਖਿਆ ਕੁੰਮਕ ਚੜਿਆ ਹੀ, ਅਸੀਂ 3 ਬੈਠੇ ਘਰ 'ਚ ਕਿਤੇ ਪ੍ਰਸ਼ਾਦਾ ਸਾਰੇ, ਉਹ ਕਹਿੰਦੇ ਪਿੰਡੋਂ ਬਾਹਰ ਨੂੰ ਆ ਜਾਓ, ਖੇਤਾਂ 'ਚ ਨੂੰ, ਪਿੰਡ 'ਚ ਨੁਕਸਾਨ ਨਾ ਹੋ ਜਾਵੇ, ਆ ਜਾਓ ਬਾਹਰ ਨੂੰ ਦੇਖਦੇ ਆ ਤੁਹਾਡੇ ਬੁਲਟ ਪ੍ਰੂਫ ਟਰੈਕਟਰਾਂ ਨੂੰ। ਦਸ਼ਮੇਸ਼ ਦੇ ਪੁੱਤਾਂ ਨੇ 48 ਘੰਟੇ 2 ਜਣਿਆਂ ਨੇ 3 ਜਣਿਆਂ ਨੇ ਮਲੰਗ ਲਾਣਾ ਨੇੜੇ ਨਹੀਂ ਆਉਣ ਦਿੱਤਾ। ਇਹ ਖਾਲਸੇ ਦੇ ਬਾਅਦ ਜਿਹੜੇ ਨੇ ਹਲੇ ਵੀ ਅਡਾਰੀਆਂ ਭਰਦੀਆਂ ਨੇ, ਹਲੇ ਵੀ ਅਕਾਲ ਦੇ ਬੋਲੇ ਉਸ ਧਰਤ ਤੇ ਗੂੰਜਦੇ ਨੇ। ਮਾਖੋਵਾਲ ਦੀ ਧਰਤ ਤੇ ਮਹਿਸੂਸ ਕਰਨ ਦੀ ਗੱਲ ਹੈ ਜਾ ਕੇ। ਕਹਿੰਦੇ ਹਰਿੰਦਰ ਸਿੰਘ ਮਹਿਬੂਬ ਉਹਨਾਂ ਨੇ ਕਾਵਿ ਰਚਨਾ ਜਿਹੜੀ ਰਚੀ, ਇਹਨਾਂ ਦਿਨਾਂ ਦੇ ਵਿੱਚ ਜਾ ਕੇ ਉਹ ਕਿਲਾ ਆਨੰਦਗੜ੍ਹ ਦੇ ਉਸ ਆਨੰਦਪੁਰ ਦੇ ਕਿਲੇ ਦੇ ਉੱਪਰ ਇਸ ਰਾਤ ਨੂੰ ਜਾ ਕੇ ਖੁਦ ਬੈਠੇ, ਫਿਰ ਮਹਿਸੂਸ ਕੀਤਾ ਉਹਨਾਂ ਵਿੱਚ ਕਿਵੇਂ ਕਿਲਾ ਛੱਡਿਆ। ਉਹ ਕਿੰਨੀ ਠੰਡ ਹੈ। ਅੱਜ ਤੋਂ 3 ਸਦੀਆਂ ਪਹਿਲਾਂ ਅੱਜ ਦੀ ਠੰਡ, ਗਲੋਬਲ ਵਾਰਮਿੰਗ 100 ਗੱਲਾਂ ਨੇ, ਕਿਹੋ ਜਿਹੀ ਠੰਡ ਹੋਊਗੀ ਉਸ ਰਾਤ, ਪੋਹ ਦੀ ਰਾਤ ਨੂੰ ਜਦ ਕਿਲਾ ਸਾਹਿਬ ਨੇ ਛੱਡਿਆ। ਉਹ 7 ਤੇ 9 ਵਰਿਆਂ ਦੇ ਜਿਹੜੇ ਮਖਮਲੀ ਕੰਬਲਾਂ ਤੇ ਤੁਰਦੇ, ਮਖਮਲੀ ਕੰਬਲਾਂ 'ਚ ਲਿਪਟੇ ਰਹਿੰਦੇ, 85 ਸਾਲ ਦੀ ਮਾਂ ਜਿਹਦਾ ਸਮਾਂ ਇਹ ਮੰਗ ਨਹੀਂ ਕਰਦਾ ਕਿ ਉਹ ਇਹ ਸਫ਼ਰ ਕਰ ਸਕੇ। ਮਹਿਲ ਗੁਰੂ ਕੇ ਸਾਹਿਬ, ਮਤਾਵਾਂ ਉੱਥੇ ਨੇ, ਵੱਡਿਆਂ ਦੋਨਾਂ ਦੇ ਲੂਈ ਫੁੱਟਦੀ ਹੈ ਤੇ ਦੀਨ ਦੁਨੀਆ ਦਾ ਮਾਲਕ ਪੀਰੇ ਹਿੰਦ ਰਬਦ ਹੋ ਰਿਹਾ ਆਨੰਦਪੁਰ ਸਾਹਿਬ ਦੇ ਕਿਲੇ 'ਚ। ਕੋਈ 500 ਸਿੱਖ ਕਹਿ ਰਿਹਾ, ਕੋਈ 700 ਕਹਿ ਰਿਹਾ, ਐਵਰੇਜ ਜੇ ਲੈਨੇ ਆ 500 ਦੇ ਕਰੀਬ ਯੋਧੇ ਰਹਿ ਗਏ ਸੀ ਨਾ। ਰਣਨੀਤੀ ਸੈੱਟ ਕਰ ਦਿੱਤੀ, ਪੂਰਾ ਪਤਾ ਹੈ ਕਿ ਕੀ ਕਰਨਾ। ਸ਼ਾਹੀ ਟਿੱਬੀ ਤੇ ਜਿਹੜੀ ਕਾਲੀ ਟਿੱਬੀ ਆ ਉਹਦੀ ਇੱਕ ਪੋਸਟ ਬਣਾਉਣੀ ਆ। ਦੇਖੋ ਹੁਣ ਸਿਚੁਏਸ਼ਨ ਕੀ ਹੈ। ਕੁਮਕ ਜਿਹੜੀ ਇੰਨੀ ਫੌਜ ਇਕੱਠੀ ਹੋਈ ਆ, ਉਹ ਤਾਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੀ ਹੈ। ਸਰਸੇ ਤੋਂ ਪਰਲੇ ਬੰਨੇ ਸਰਹੰਦ ਸੂਬੇ ਦੇ ਪਰਗਣਿਆਂ ਦੇ ਵਿੱਚੋਂ ਮਲੇਰਕੋਟਲੀਏ ਤੇ ਹੋਰ ਤੇ ਇੱਧਰ ਉੱਧਰ ਵਾਲੇ ਉਹ ਤਿਆਰੀ 'ਚ ਨੇ। ਸਰਸਾ ਨਦੀ ਤੋਂ ਦੂਸਰੇ ਬੰਨੇ ਰੋਪੜ ਆਨੰਦਪੁਰ ਸਾਹਿਬ ਦੇ ਸੈਂਟਰ ਦੇ ਵਿੱਚ, ਸੈਂਟਰ ਦੇ ਡਿਸਟੈਂਸ ਨਹੀਂ, ਮਤਲਬ ਸਰਸਾ ਆਉਂਦੀ ਹੈ ਜਿਹੜੀ ਸ਼ੂਕ ਦੀ ਹੈ ਤੇ ਜਿਹਨੂੰ ਟੱਪਣਾ। ਰਾਤ ਨੂੰ ਜਦ ਤੁਰਦੇ ਨੇ, ਕਹਿੰਦੇ ਪਹਿਲੀ ਟਿੱਬੀ ਸ਼ਾਹੀ ਟਿੱਬੀ ਤੇ ਬਾਬਾ ਉਦੇ ਸਿੰਘ ਨੂੰ ਇੱਕ ਪੋਸਟ ਜਿਹੜੀ ਉਹ ਸੈੱਟ ਕਰਦੇ ਨੇ 50 ਬੰਦੇ ਦੇ ਕੇ। ਇਉਂ ਥੋੜਾ ਵੀ ਪੂਰਾ ਆਪਣੇ ਤਾਂ ਮੰਜੇ ਵਿੱਚ ਛੱਡਿਆ ਤੇ ਇਕੱਠੇ ਹੀ ਤੁਰੇ ਆਉਂਦੇ ਨੇ।
ਤੁਰੇ ਆਉਂਦਿਆਂ ਨੂੰ ਹੀ ਸਰਸਾ ਪੈ ਗਈ, ਸਰਸਾ ਤੇ ਲੜਾਈ ਹੋ ਪਈ, ਉਹ 'ਚ ਸਿੰਘ ਰੁੜ ਗਏ, ਮਾਤਾ ਤੇ ਬੱਚੇ ਅਲੱਗ ਹੋ ਗਏ ਤੇ ਬੜੇ ਸਾਹਿਬਜ਼ਾਦੇ ਨਾਲ ਬਸ ਇਉਂ ਨਹੀਂ ਹੈ, ਇਸ ਤਰ੍ਹਾਂ ਨਹੀਂ ਹੋਇਆ ਸੀ। ਪੂਰਾ ਜਿਹੜਾ ਉਹਦੇ ਤੇ ਕੰਮ ਜਿਹੜਾ ਹੁਣ ਕਰ ਰਹੇ ਨੇ ਇਤਿਹਾਸਕਾਰ, ਪਹਿਲੀ ਜਿਹੜੀ ਪੋਸਟ ਆ ਜਿੱਥੇ ਉੱਥੇ ਬਾਬਾ ਉਦੇ ਸਿੰਘ ਦੀ ਡਿਊਟੀ ਲੱਗਦੀ ਹੈ, ਸ਼ਾਹੀ ਟਿੱਬੀ ਜਿਸ ਨੂੰ ਕਿਹਾ, ਬਹੁਤ ਉੱਚੀ ਉਹ ਜਗ੍ਹਾ ਸੀ ਤੇ ਆਲੇ ਦੁਆਲੇ ਘਾਹ ਬਹੁਤ ਉੱਚਾ ਸੀ, ਹਾਥੀ ਉਹਦੇ 'ਚ ਲੁਕ ਜਾਂਦਾ, ਕਹਿੰਦੇ ਇੰਨੀ ਜਗ੍ਹਾ ਸੀ। ਉਹਦੇ ਤੇ ਬਾਬਾ ਉਦੇ ਸਿੰਘ ਦੀ ਡਿਊਟੀ ਲੱਗਦੀ ਹੈ। ਅੱਗੇ ਚੱਖੀਆਂ ਪਿੰਡ ਦੇ ਵਿੱਚ ਬਾਬਾ ਜੀਵਨ ਸਿੰਘ ਨਾਲ 100 ਸਿੰਘ ਰਹਿੰਦਾ ਤੇ ਦੂਸਰੇ ਬੰਨੇ ਸਰਸਾ ਟੱਪ ਕੇ ਉੱਥੇ ਭਾਈ ਮਨੀ ਸਿੰਘ ਦੇ ਪੁੱਤਰ ਬਾਬਾ ਬਚਿੱਤਰ ਸਿੰਘ, ਉਹਨਾਂ ਦੇ ਨਾਲ 100 ਸਿੰਘ ਨੇ, ਬਾਕੀ ਗੁਰੂ ਸਾਹਿਬ ਨਾਲ 200 ਦੇ ਕਰੀਬ ਸਿੰਘ ਨੇ। ਰਾਤ ਲੰਘ ਜਾਂਦੇ, ਆਪ ਨਿਕਲੇ ਨੇ ਉਸ ਪੋਸਟ ਤੇ ਜਦ ਡਿਊਟੀ ਲੱਗੀ ਆ ਉਹਦੇ ਸਿੰਘ ਦੀ। ਕਹਿੰਦੇ ਹੁਣ ਜਿਹੜੇ ਹਿਸਟੋਰੀਅਨ ਨੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਤੋੜ ਕੇ ਦੱਸਿਆ, ਉਮੇ ਮਾਸ਼ਕੀ ਦੀ ਸ਼ਨ ਕਿੱਥੇ ਹੈ, ਕਾਈਨੌਰ ਦਾ ਏਰੀਆ ਕਿਹੜਾ ਹੈ, ਤੇ ਉਸ ਤੋਂ ਬਾਅਦ ਸਹੇੜੀ ਹੈ, ਸਹੇੜੀ ਤੋਂ ਬਾਅਦ 6 ਹੀ ਰਾਤਾਂ ਨੇ। ਉੱਥੋਂ ਤੁਰਨ ਤੋਂ ਬਾਅਦ 5ਵੀਂ ਤੇ 6ਵੀਂ ਰਾਤਾਂ 2 ਜਿਹੜੀਆਂ ਸਰਹੰਦ ਦੀਆਂ ਨੇ, ਉਮੇ ਮਾਸ਼ਕੀ ਦੀ ਹੈ, ਇੱਕ ਕਾਈਨੌਰ ਨਾਲ ਰਾਤ ਹੈ। ਉਸ ਤੋਂ ਬਾਅਦ ਫਿਰ ਸਹੇੜੀ ਦੀ ਰਾਤ ਆ ਛੋਟੇ ਸਾਹਿਬਜ਼ਾਦਿਆਂ ਦੀ, ਫਿਰ ਮਰਿੰਡੇ ਆ ਤੇ 2 ਰਾਤਾਂ ਅਗਲੀਆਂ ਨੇ। 6 ਰਾਤਾਂ ਇਤਿਹਾਸਕਾਰ ਲਿਖਦੇ ਨੇ। ਸਾਹਿਬ ਦੀ ਪਹਿਲੀ ਰਾਤ ਹੈ ਤੇ ਅੰਮ੍ਰਿਤ ਵੇਲੇ ਤੋਂ ਬਾਅਦ ਦਿਨ ਦੇ ਛਪਾ ਦੇ ਨਾਲ ਜਾਂ ਦਿਨ ਦੇ ਛਪਾ ਤੋਂ ਪਹਿਲਾਂ ਦੁਪਹਿਰ ਨੂੰ ਲਾ ਲਓ ਵੀ ਕੋਟਲਾ ਨਿਹੰਗ ਪਹੁੰਚਦੇ ਨੇ ਤੇ ਰਾਤ ਨੂੰ ਉਹ ਇੱਕ ਰਾਤ ਤੁਰ ਕੇ ਸਾਰੀ ਰਾਤ ਸਾਰਾ ਦਿਨ ਤੇ ਦੂਜੀ ਰਾਤ ਦੇ ਅੱਧ ਨੂੰ ਚਮਕੌਰ ਸਾਹਿਬ ਪਹੁੰਚਦੇ। ਸੋ ਇਹਨਾਂ 3 ਪੋਸਟਾਂ ਦੇ ਸਾਰੇ ਯੋਧੇ ਸ਼ਹੀਦ ਹੁੰਦੇ ਨੇ। ਸਵੇਰੇ ਅੰਮ੍ਰਿਤ ਦੀ ਬਾਣੀ ਆ ਜਿਹੜੀ, ਜਿਸ ਦੇ ਬਾਰੇ ਕਹਿੰਦੇ ਨੇ ਕਿ ਪਰਿਵਾਰ ਵਿਛੋੜੇ ਤੇ ਬੈਠ ਕੇ ਉੱਚੀ ਟਿੱਬੀ ਤੇ ਸਾਹਿਬ ਨੇ ਆਸਾ ਦੀ ਵਾਰ ਜਿਹੜੀ ਹੈ ਉਹਦਾ ਕੀਰਤਨ ਹੋਇਆ। ਉਸ ਤੋਂ ਬਾਅਦ ਘੋੜੇ ਠਿੱਲੇ ਗਏ ਨੇ ਸਰਸਾ ਦੇ ਵਿੱਚ, ਬਹੁਤ ਵੱਡੀ ਲੜਾਈ ਸਰਸਾ ਦੇ ਕੰਢੇ ਹੋਈ ਹੈ। ਦੂਜੇ ਬੰਨੇ ਵੀ ਫੌਜ ਹੈ, ਇੱਧਰੋਂ ਵੀ ਫੌਜ ਹੈ, ਪਿੱਛੋਂ ਪਹਾੜੀ ਰਾਜੇ ਪੈ ਗਏ, ਸਾਰੇ ਜਿਨ੍ਹਾਂ ਨੇ ਘੇਰਾ ਪਾਇਆ ਪਿੱਛੇ ਹੋ ਗਏ। ਜਦੇ ਉੱਥੇ ਫਿਰ ਪਰਿਵਾਰ, ਇਤਿਹਾਸ, ਸਿੰਘ, ਘੋੜੇ ਤੇ ਸਾਰਾ ਕੁਝ ਰੁੜ ਗਿਆ ਤੇ 40 ਤੇ 42 ਕੋਈ 45 ਕਹਿੰਦਾ ਸਿੰਘ ਨੇ ਨਾਲ ਤੇ ਸਾਹਿਬਜ਼ਾਦੇ ਉੱਥੋਂ ਨਿਕਲਦੇ ਨੇ, ਛੋਟੇ ਸਾਹਿਬਜ਼ਾਦੇ ਮਾਤਾ ਦੇ ਨਾਲ। ਉਮੇ ਮਾਸ਼ਕੀ ਦੀ ਮਹਿਸੂਸ ਇਹ ਕਰਨ ਦੀ ਲੋੜ ਹੈ, 7 ਤੇ 9 ਸਾਲ ਦੇ ਕਿਹੜਾ ਕੋਈ ਪੈਰਾਂ 'ਚ ਜੋੜੇ ਹੋਣਗੇ, ਕਿਹੜਾ ਕੋਈ ਸਿਰ ਤੇ ਕੱਪੜੇ ਹੋਣਗੇ, ਜਾਂ ਨਦੀ ਟੱਪੀ ਆ ਕਿਵੇਂ ਟੱਪੇ ਹੋਣਗੇ। ਉਹਦੇ ਬਾਅਦ ਸਤਲੁਜ ਦੇ ਪੱਤਣ ਦੇ, ਸਤਲੁਜ ਦੇ ਕੰਢੇ ਤੇ ਸਰਸਾ ਦੇ ਕੰਢੇ ਉਮੇ ਮਾਸ਼ਕੀ ਦੀ ਸ਼ਨ ਦੇ ਵਿੱਚ ਰਾਤ ਸਾਹਿਬ ਨੇ, ਮਾਤਾ ਨੇ ਤੇ ਸਾਹਿਬਜ਼ਾਦਿਆਂ ਨੇ ਕੱਢੀ ਆ। 2 ਤੇ 2 ਵੱਡੇ ਜਿਹੜੇ ਨੇ ਉਹ ਨਾਲ ਕੋਟਲਾ ਨਿਹੰਗ ਖਾਨ ਪਹੁੰਚੇ। ਵਪਾਰਕ ਸੰਦੇਸ਼ ਤੇ ਤੁਹਾਡੇ ਲਈ ਜਿਹੜਾ 5-10 ਮਿੰਟ ਦਾ ਸਮਾਂ, ਇੰਨੀ ਗੱਲ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਉਹ ਜਿੰਨੇ ਵੀ ਵਿਦਵਾਨ, ਜਿੰਨੇ ਵੀ ਸੁਣਨ ਵਾਲੇ ਬੈਠੇ ਆ, ਤੁਸੀਂ ਆਪਣੀ ਵੀ ਇਨਪੁਟ ਪਾਉਣੀ। ਆਪਾਂ ਰਲ ਕੇ ਇਹਨਾਂ ਪੋਹ ਦੀਆਂ ਕਾਲੀਆਂ ਰਾਤਾਂ ਨੂੰ ਪੂਰੀਆਂ ਕਰਨਾ। ਸਰ ਹਰਦੀਪ ਸਿੰਘ ਸੰਧੂ ਜੀ, ਲਾਈਨ ਨੰਬਰ 4। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਹਾਲ ਵਾਹ ਕੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਰਸਤਾ ਵਿਖਾਇਆ। ਜਿਹੜੇ ਅੱਜ ਦਿੱਲੀ ਨੂੰ ਘੇਰਾ ਪਾਈ ਬੈਠੇ ਉਹ ਸਾਰੇ ਗੁਰੂ ਨਾਨਕ ਲੇਵਾ ਸਿੱਖ ਖਵਾਉਣ ਦੇ ਹੱਕਦਾਰ ਹਨ। ਹਾਂਜੀ, ਬਾਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਕੀਤੀ ਹੈ, ਉਹ ਬਹੁਤ ਦੁੱਖਾਂ ਭਰੀ। ਉਹਨਾਂ ਸਾਨੂੰ ਸਰਦੀ ਵਿੱਚ ਦੁੱਖ ਸੁੱਖ ਨੂੰ ਬਰਾਬਰ ਸਮਝ ਕੇ ਸਾਨੂੰ ਸਿੱਧਾ ਗਾਡੀ ਰਾਹ ਵਿਖਾਇਆ ਹੈ। ਉੱਥੇ ਗੁਰੂ ਗੋਬਿੰਦ ਸਿੰਘ ਜਦੋਂ ਪਟਨਾ ਛੱਡ ਕੇ ਆਏ ਨੇ, ਉਹਦੇ ਪਿੱਛੇ ਮੈਂ 2-4 ਲਾਈਨਾਂ ਲਿਖੀਆਂ। ਗੀਤ ਮੇਰਾ ਬਹੁਤ ਲੰਮਾ ਹੈ ਪਰ ਤੁਹਾਡੇ ਇੰਨੇ ਦਿਨਾਂ 'ਚ ਮੈਂ ਪੂਰਾ ਕਰਾਂਗਾ। ਹਾਂਜੀ, ਚਲੋ ਸਿੰਘੋ ਦਰਸ਼ਨ ਕਰਕੇ ਗੁਰੂ ਗੋਬਿੰਦ ਸਿੰਘ ਆਇਆ, ਚਲੋ ਸਿੰਘੋ ਦਰਸ਼ਨ ਕਰਕੇ ਗੁਰੂ ਗੋਬਿੰਦ ਸਿੰਘ ਆਇਆ। ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਵਿੱਚ ਡੇਰਾ ਲਾਇਆ। ਸਿੱਖੀ ਦਾ ਬੂਟਾ ਲਾਉਣ ਦੀ ਖਾਤਰ ਪਟਨਾ ਛੱਡ ਕੇ ਹੈ ਆਨੰਦਪੁਰ ਦੇ ਵਿੱਚ ਆਇਆ। ਪਿਤਾ ਗੁਰਾਂ ਦਾ ਤੇਗ ਬਹਾਦਰ ਜੀ, ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਜੀ, ਮਾਤਾ ਗੁਜਰੀ ਦਾ ਹੋ ਜਾਇਆ। ਚਲੋ ਸਿੰਘੋ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਆ, ਚਲੋ ਸਿੰਘੋ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਆ। ਜੇ ਤੁਹਾਡਾ ਹੁਕਮ ਹੋਵੇ ਤਾਂ 2 ਲੈਣਾ ਹੋਰ ਬੋਲ ਸਕਦਾ।
ਨੇ ਸੰਧੂ ਸਾਹਿਬ ਮੈਂ ਹੋਰ ਕਾਲਰ ਨੇ ਜੀ, ਸਮਾਂ ਘੱਟ ਹੈ, ਫਿਰ ਆਪਾਂ ਅਗਲੇ ਦਿਨ ਜਿੰਨੇ ਨੇ ਮੇਰਾ ਗੀਤ ਬਹੁਤ ਲੰਮਾ ਬਹੁਤ ਦੂਰ ਤੱਕ ਜਾਏਗਾ। ਬਸ ਜੀ ਕੋਈ ਨਾ, ਬਸ ਗੀਤ ਫੇਰ ਸੁਣੂਗਾ ਜੀ ਮੈਂ ਤੁਹਾਡਾ। ਥੈਂਕ ਯੂ। ਤਾਂ ਕਰਮਜੀਤ ਸਿੰਘ ਲਾਈਨ ਨੰਬਰ 2। ਹਾਂਜੀ ਬਾਈ ਜੀ, ਪਰਸੋਂ ਨੂੰ ਚਾਹੇ ਸੁਣਾਇਓ ਤੁਸੀਂ ਨਾ ਕੱਢ ਕੇ YouTube ਤੇ, ਆਪਾਂ ਪਿਛਲੇ ਸਾਲ ਵੀ ਸੁਣਾਇਆ ਸੀ। ਸਵਾਲ ਭਾਈ ਦਇਆ ਸਿੰਘ ਤਫਰੀ ਜੀ ਦੀ ਕਲਮ ਤੋਂ ਲਿਖਿਆ ਵਾ ਜੀ। ਅੱਛਾ ਜੀ। ਬਹੁਤ ਦਰਦਨਾਕ ਵੀਰ ਜੀ ਕਵਿਤਾ, ਬਹੁਤ ਹੀ ਸੁੰਦਰ ਗਾਈ ਵੀ ਹੈ ਤੇ ਤਫਰੀ ਜੀ ਦੀ ਲਿਖੀ ਵੀ ਹੈ ਜੀ। ਸਵਾਲ ਭਾਈ ਦਇਆ ਸਿੰਘ, ਜਿਹਦੇ ਵਿੱਚੋਂ ਆਉਂਦਾ ਜੀ ਇਹ ਨਾ ਗੁਰੂ ਗੋਬਿੰਦ ਸਿੰਘ ਨੇ ਪੁੱਤਰ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਪਿਛਲੇ ਸਾਲ ਆਪਾਂ ਸੁਣਾਇਆ ਸੀ ਜੀ, ਤੁਸੀਂ ਕੱਢ ਕੇ ਸਿਲੈਕਟ ਕਰ ਲਿਓ ਜੀ। ਧੰਨਵਾਦ ਜੀ। ਮੈਂ ਦੇਖੋ ਇੱਕ ਸਾਖਰਤਾ ਆਈ ਹੈ ਪਿਛਲੇ 5-7 ਸਾਲਾਂ 'ਚ। ਅਸੀਂ ਇਹਨਾਂ ਦਿਨਾਂ ਨੂੰ ਬਹੁਤ ਅਲੱਗ ਤਰੀਕੇ, ਬੜਾ ਬੈਲੈਂਸ ਰੱਖ ਕੇ, ਕਿਉਂਕਿ ਕ੍ਰਿਸਮਸ ਦੇ ਦਿਨ ਨੇ, ਇਹ ਵੀ ਹੈ ਥੋੜਾ ਬਹੁਤਾ ਆਪਾਂ ਨੂੰ ਕਰਨਾ ਪੈਂਦਾ ਬੁਝੇ ਮਨ ਨਾਲ। ਪਰ ਸਾਡੇ ਤੇ ਇਹ ਦਿਨ ਜਿਹੜੇ ਬਹੁਤ ਵੱਡੇ ਆ। ਇਹ ਕੌਮ ਜਿਹੜੀ ਆ, ਇਸ ਗੁਲਜ਼ਾਰ ਜਿਹੜੀ ਆ, ਇਹਦੀਆਂ ਨਾੜਾਂ ਦੇ ਵਿੱਚ ਸਾਹਿਬ ਨੇ ਆਪਣੇ ਪਰਿਵਾਰ, ਅਸੀਂ ਵੀ ਉਹਦੇ ਪੁੱਤ ਆ, ਨਾਦੀ ਪੁੱਤ ਆ, ਬਿੰਦੀ ਪੁੱਤ ਉਹਨੇ ਵਾਰ ਦਿੱਤੇ, ਸਾਡੇ ਤੇ ਹੱਥ ਕੀਤਾ ਜਦ ਗੁਰੂ ਸਾਹਿਬ ਦੇ ਮਹਿਲਾ ਨੇ ਆ ਕੇ ਸਾਹਿਬਦੇਵਾ ਜੀ ਨੇ ਅੱਜ ਪੁੱਛਿਆ ਜਦ ਆ ਕੇ ਦਮਦਮਾ ਸਾਹਿਬ ਤਾਂ ਸਾਡੇ ਤੇ ਹੱਥ ਕੀਤਾ, ਪਰ ਅਸੀਂ ਖੜੇ ਕਿੱਥੇ ਆ? ਸਾਨੂੰ ਵੀ ਆਪਣੇ ਆਪ ਤੇ ਸਵੈ ਪੜਚੋਲ ਇਸ ਸਮੇਂ ਕਰਨੀ ਚਾਹੀਦੀ ਹੈ ਤੇ ਆਪਣੇ ਧਰਮ ਦਾ ਪਿਆਰ ਕਰਨਾ ਚਾਹੀਦਾ। ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਆ, ਢਹਿੰਦੀ ਕਲਾ ਦੀ ਗੱਲ ਨਹੀਂ ਕਰਨੀ ਚਾਹੀਦੀ। ਚੜ੍ਹਦੀ ਕਲਾ ਦਾ ਇਹ ਵੀ ਨਹੀਂ ਮੈਂ ਕਹਿੰਦਾ ਮਤਲਬ ਵੀ ਤੁਸੀਂ ਨਾਲ ਅਕਲ ਨਹੀਂ ਕਰਨੀ, ਵੀ ਸਿਰ ਕੰਧ 'ਚ ਮਾਰਨਾ, ਪਰ ਢਹਿੰਦੀ ਕਲਾ 'ਚ ਸਿੱਖ ਕਦੇ ਨਹੀਂ ਹੋ ਸਕਦਾ। ਇਹ ਜ਼ਰੂਰੀ ਹੈ। 604 599 43 42 ਜਿਹੜੇ ਬਾਪੂ ਦੀ ਜੀ ਦੀ ਗੱਲ ਕਰਦਾ ਹੈ, ਉਹਦੇ ਵਰਗਾ ਜਰਨੈਲ, ਦੁਨੀਆ ਦੇ ਜਰਨੈਲ ਜਿਨ੍ਹਾਂ ਨੇ ਪੜ੍ਹੇ ਨੇ, ਕਹਿੰਦੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਰਨੈਲ ਵਾਲੀ ਰਣਨੀਤੀ ਕਿਸੇ ਕੋਲ ਨਹੀਂ ਸੀ। ਜੰਗ ਦੇ ਯੁੱਧ ਦੇ ਜਿਹੜੇ ਮੋਰਚਿਆਂ ਦੇ ਵਿੱਚ ਵੀ ਕੌਮ ਨੇ ਤੇਗਾ ਮਾਰੀਆਂ ਹੋਈਆਂ ਨੇ। ਚਰਨ ਸਿੰਘ ਔਲਖ ਜੀ ਲਾਈਨ ਨੰਬਰ 2। ਹੈਲੋ ਜੀ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਤੁਸੀਂ ਗੁਰੂ ਗੋਬਿੰਦ ਸਿੰਘ ਬਾਰੇ ਜਿਹੜੇ ਲਫ਼ਜ਼ ਬੋਲਿਆ ਨਾ, ਹੁਣੇ ਹੀ ਬੋਲ ਕੇ ਗਏ ਸੀ ਵੀ ਉਹੋ ਜਿਹਾ ਜਰਨੈਲ ਕੋਈ ਦੁਨੀਆ ਤੇ ਨਹੀਂ ਹੋਇਆ। ਮੈਨੂੰ ਨਾ 1986 ਦੇ ਵਿੱਚ ਮੈਂ ਪਹਿਲੀ ਵਾਰ ਕੈਨੇਡਾ ਆਉਣ ਤੋਂ ਪਹਿਲੀ ਵਾਰ ਗਿਆ ਸੀ ਇੰਡੀਆ ਵਾਪਸ ਪੰਜਾਬ, ਤੇ ਮੈਂ ਮੁੜ ਕੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਚਲੇ ਗਿਆ। ਉੱਥੋਂ ਗਾਂ ਕਿਰਾ ਵਾ ਇੱਕ 6 ਮੀਲ ਗਾਂ ਨਾਰਥ ਵਾਲੇ ਪਾਸੇ 6 ਕਿਲੋਮੀਟਰ, ਤੇ ਮੈਂ ਆਖਿਆ ਵੀ ਚਲੋ ਕਿਲੇ ਵੇਖਣਿਆ, ਤੇ ਮੈਂ ਉਹ ਵੀ ਵੇਖਣ ਚਲੇ ਗਿਆ। ਉਹ ਜ਼ਮੀਨ ਦੇ ਥੱਲੇ ਬਣਾਇਆ ਸੀ ਕਿਲਾ, ਜ਼ਮੀਨ ਦੇ ਥੱਲੇ ਸਾਰਾ ਹੀ ਖੋਦ ਕੇ, ਤੇ ਉਹਦੇ ਵਿੱਚ ਵਿਜ਼ਟਰ ਜਿਹੜੇ ਜਾਂਦੇ ਸੀ ਨਾ ਥੱਲੇ ਪੌੜੀ ਉੱਤਰ ਕੇ ਥੱਲੇ ਜਾਣਾ ਪੈਂਦਾ ਸੀਗਾ। ਮੈਂ ਹੈਰਾਨਗੀ ਵਾਲੀ ਗੱਲ ਹੈ, ਮੈਂ ਹੁਣ ਗਿਆ ਸੀ 3 ਸਾਲ ਪਹਿਲਾਂ, ਮੈਂ ਫੇਰ ਵੀ ਨਹੀਂ, ਮੈਨੂੰ ਲੱਭਾ ਹੀ ਨਹੀਂ ਮੁੜ ਕੇ ਉਹ। ਤੇ ਉਹ ਨਾ ਉੱਥੇ ਮੈਨੂੰ ਚੇਤਾ ਵਾ ਵੀ ਰਜਿਸਟਰ ਦੇ ਉੱਤੇ ਲਿਖਿਆ ਸੀ ਇੱਕ ਜਨਰਲ, ਕੋਈ ਮੇਰਾ ਖਿਆਲ ਇੰਗਲੈਂਡ ਦਾ ਜਾਂ ਅਮਰੀਕਾ ਦਾ ਸੀਗਾ, ਬਹੁਤ ਵੱਡਾ ਜਨਰਲ, ਰਿਟਾਇਰਡ ਸੀਗਾ, ਗੋਰਾ, ਤੇ ਉਹਨੇ ਆਪਣਾ ਪੂਰਾ ਨਾਮ ਲਿਖਿਆ ਸੀਗਾ ਸਾਰਾ, ਤੇ ਉਹਦੇ ਕਮੈਂਟਸ ਦਿੱਤੇ ਰਜਿਸਟਰ ਦੇ ਉੱਤੇ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਇੱਕ ਸਪਿਰਿਚੁਅਲ ਲੀਡਰ ਸੀ, ਉੱਥੇ ਦੁਨੀਆ ਦਾ ਮਹਾਨ ਜਰਨੈਲ ਵੀ ਸੀ। ਉਹ ਕਹਿੰਦਾ ਮੈਂ ਕਿਹੜਾ ਵੇਖ ਕੇ ਜਿਹੜੀ ਵਿਉਂਤਬੰਦੀ ਉਹਨੇ ਕੀਤੀ ਹੈ ਨਾ ਜੀ, ਇਹ ਕਿਲੇ ਨੂੰ ਕੋਈ ਜਿੱਤ ਨਹੀਂ ਸਕਦਾ ਸੀ। ਦੇਖੋ ਫੌਜਾਂ, ਮਤਲਬ ਇਹ ਏਡੀ ਵਿਉਂਤਬੰਦੀ ਨਾਲ ਬਣਾਇਆ ਸੀ, ਉਹ ਇੰਨਾ ਦਿਮਾਗ ਸੀ ਗੁਰੂ ਗੋਬਿੰਦ ਸਿੰਘ ਦਾ। ਹਾਂਜੀ, ਇਹਨੇ ਮੈਂ ਬਸ ਇਹ ਵਪਾਰਕ ਸੰਦੇਸ਼। ਧੰਨਵਾਦ ਜੀ। ਇਹ ਸੀ ਅੱਜ ਦਾ ਪ੍ਰੋਗਰਾਮ। ਅਖੀਰ ਚ ਕਵੀਸ਼ਰੀ ਮਨਜੀਤ ਸਿੰਘ ਸੋਹੀ ਤੇ ਬੈਂਕਾ ਹੋਰਾਂ ਦੀ ਪੁੱਤ ਦਸ਼ਮੇਸ਼ ਦੇ ਜਿਹਦੇ ਵਸਦੇ ਰਹੋ। ਸੋਮਵਾਰ ਆਉਣਾ ਜੀ ਸੇਵਾ ਚ।